ਸਰਹੰਦ ਸਾਹਿਬ ਜੀ ਦੀ ਰਹਿਮਤ ਨਾਲ ਮੈਂ ਇਹ ਗੱਲ ਕਹਿ ਸਕਦਾ, ਸਾਡਾ ਉਹ ਵਿਦਿਆਲਾ ਤਾਂ ਤੁਸੀਂ ਦਰਵਾਜ਼ਾ ਦੇਖਿਆ 24 ਘੰਟੇ ਬੰਦ ਰਹਿੰਦਾ। ਜਦ ਕੋਈ ਆਊਗਾ, ਮੈਂ ਆਵਾਂ ਜਾਂ ਉਸਤਾਦ ਜੀ ਆਉਣ, ਉਦੋਂ ਖੁੱਲ੍ਹਣਾ। ਇਹਦੋਂ ਇਲਾਵਾ ਦੂਜਾ ਕੋਈ ਬੰਦਾ ਆਏਗਾ, ਉਹਨੂੰ ਪੂਰੀ ਇਨਕੁਆਇਰੀ ਹੋਏਗੀ ਕਾਹਦੇ ਲਈ ਆਇਆ ਉਹ। ਭਾਈ ਸਾਹਿਬ ਹੋਣਾ ਦਾ ਕਿਸ ਤਰ੍ਹਾਂ ਸੰਪਰਕ 'ਚ ਆਏ, ਕੋਈ ਨਾਮ ਸੁਣਿਆ ਇਹਨਾਂ ਦਾ, ਕਿਸ ਤਰ੍ਹਾਂ ਫਿਰ ਸੰਪਰਕ 'ਚ ਆਏ? ਜੀ ਮੈਨੂੰ ਇੱਕ ਸ਼ੌਂਕ ਹੁੰਦਾ ਸੀ, ਕੀਰਤਨ ਸੁਣਨ ਦਾ ਸ਼ੌਂਕ ਸੀ ਅਤੇ ਮੈਂ ਸੁਣਦਾ ਹੁੰਦਾ ਸੀ। ਫਿਰ ਸਾਜੀ ਉਹਨਾਂ ਦੇ ਸ਼ਬਦ ਵੀ ਸੁਣੇ ਸੀ YouTube 'ਤੇ, ਅਤੇ ਫਿਰ ਉਹ ਤੋਂ ਨੰਬਰ ਕੱਢਿਆ ਸੀ ਔਨਲਾਈਨ ਇਹਨਾਂ ਦਾ। ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਾਰਿਓ। ਤਾਂ ਮੈਂ ਇਹਨੂੰ ਅਪਰੂਵਲ ਦੇਤੀ, ਮੈਂ ਕਿਹਾ ਤੂੰ ਆ ਜਾ, ਤੂੰ ਸਿੱਖ ਸਕਦਾ ਵਾਂ। ਇਹ ਬਾਂਹ ਬਾਰੇ ਨੇ ਮੈਨੂੰ ਬਿਲਕੁਲ ਜ਼ਿਕਰ ਨਹੀਂ ਸੀ ਕੀਤਾ ਕਿ ਮੇਰੀ ਬਾਂਹ ਇੱਕ ਹੈ। ਇਹ ਜਦੋਂ ਆਇਆ ਨਾ, ਤੇ ਮੈਂ ਉਦੋਂ ਘਰ ਨਹੀਂ ਸੀਗਾ, ਇਹ ਮੇਰੇ ਗੇਟ ਅੱਗੇ ਖਲੋਤਾ ਸੀ। ਤੇ ਜਦੋਂ ਮੈਂ ਗੱਡੀ ਡੱਕੀ ਤੇ ਕਹਿੰਦਾ ਜੀ ਮੈਂ ਮਨਪ੍ਰੀਤ ਸਿੰਘ। ਮੈਂ ਕਿਹਾ ਜੀ ਕਿੱਥੋਂ? ਕਹਿੰਦਾ ਕਲਕੱਤੇ ਤੋਂ, ਤੁਹਾਡੇ ਨਾਲ ਗੱਲ ਹੋਈ ਸੀ, ਮੈਂ ਆ ਗਿਆ। ਮੈਂ ਕਿਹਾ ਉਹ, ਮੈਂ ਮਨ 'ਚ ਸੋਚਿਆ ਵੀ ਇਹ ਤਾਂ ਬੱਚਾ ਕੀ ਕਰੇਗਾ, ਮਤਲਬ ਮੈਂ ਇਹਨੂੰ ਕਿੱਦਾਂ ਕੀਰਤਨ ਸਿਖਾਵਾਂਗਾ। ਕਿੰਨਾ ਕੁ ਡਿਫੀਕਲਟ ਹੁੰਦਾ, ਕਿਉਂਕਿ ਇੱਕ ਲੱਤ ਨਾਲ ਪਲੇ ਕਰਨਾ ਬੜਾ ਡਿਫੀਕਲਟ ਟਾਸਕ ਆ, ਕਿਉਂਕਿ ਹੱਥ ਲਾਓ ਤੇ ਤਾਂ ਵੀ ਜਿਹੜੀਆਂ ਫਿੰਗਰਸ ਬਹੁਤ ਦਰਦ ਵੀ ਹੁੰਦੀਆਂ ਨੇ। ਫਿਰ ਪੈਰ ਨਾਲ ਕਿੱਦਾਂ ਹਾਰਮੋਨੀਅਮ ਨੂੰ ਪਲੇ ਕਰਦੇ ਹੋ, ਕਿੰਨੀ ਕੁ ਦਰਦ ਹੁੰਦੀ ਆ, ਜਾਂ ਦਰਦ ਹੁੰਦੀ ਹੈ ਕਿ ਨਹੀਂ ਹੁੰਦੀ? ਸ਼ੁਰੂ ਦੇ ਵਿੱਚ ਜਦੋਂ ਹੋਇਆ ਸੀ ਉਦੋਂ ਥੋੜ੍ਹੀ ਹੁੰਦੀ ਸੀ, ਫਿਰ ਕਰਦੇ ਪ੍ਰੈਕਟਿਸ ਕਰਦੇ ਹੁਣ ਤਾਂ ਇੱਕਦਮ ਨਹੀਂ ਹੁੰਦੀ। ਅੱਖਾਂ ਤੋਂ ਮਨਾਖੇ ਜਿਹੜੇ ਬੱਚੇ ਸੂਰਮੇ ਸਿੰਘ ਹੁੰਦੇ ਆ ਜੀ, ਉਹਨਾਂ ਨੂੰ ਤਾਂ ਮੈਂ ਦੇਖਿਆ ਹੈ ਵੀ ਕੀਰਤਨ ਕਰਦਿਆਂ ਨੂੰ, ਲੇਕਿਨ ਜਿਸ ਤਰ੍ਹਾਂ ਅੰਗਹੀਣ ਬੱਚਾ ਜਿਹੜਾ ਉਹ ਕੀਰਤਨ ਕਰ ਲਏ ਔਰ ਪੈਰ ਨਾਲ ਵਾਜਾ ਵਜਾ ਲਏ, ਇਹ ਬਹੁਤ ਵਧੀਆ ਗੱਲ ਆ ਇਸ ਬੱਚੇ ਵਾਸਤੇ ਵੀ, ਜਾਂ ਕਹਿ ਲਓ ਕਿ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨੂੰ ਇਹ ਸਾਰਾ ਕੁਝ ਦਿੱਤਾ। ਤੇ ਮਨਪ੍ਰੀਤ ਤੇ ਹੁਣ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ? ਮੈਂ ਸੁਣਿਆ ਵਿਦੇਸ਼ ਦਾ 1.5 ਸਾਲ ਲਾ ਕੇ ਆਏ ਹੋ, ਫਿਰ ਹੁਣ ਘਰ ਦੇ ਹਾਲਾਤ ਕਿੱਦਾਂ ਨੇ? ਮੰਮੀ ਪਾਪਾ ਨੂੰ ਹੁਣ ਕਿਸ ਤਰ੍ਹਾਂ ਲੋਕ ਉੱਥੇ ਨੇ ਪਿਆਰ ਵੀ ਕਰਦੇ ਪਏ ਨੇ? ਜਦੋਂ ਤੁਸੀਂ ਪਹਿਲੋਂ, ਮੈਂ ਸੁਣਿਆ ਕਿ ਪਹਿਲੋਂ ਚੀਜ਼ਾਂ ਮੰਗਦੇ ਦਿੰਦੇ ਨਹੀਂ ਸੀਗੇ, ਹੁਣ ਘਰ ਦੇ ਹਾਲਾਤ ਕਿਸ ਤਰ੍ਹਾਂ? ਹਾਂਜੀ ਹੁਣ ਠੀਕ ਨੇ। ਹੁਣ ਜਿਹੜੇ ਪਹਿਲਾਂ ਨਹੀਂ ਵੀ ਬੁਲਾਉਂਦੇ ਸੀ ਉਹ ਵੀ ਹੁਣ ਬੁਲਾਉਂਦੇ ਆ, ਤੇ ਪਹਿਲਾਂ ਥੋੜੇ ਇਦਾਂ ਦੇ ਹਾਲਾਤ ਸੀ, ਜੇ ਕਿਸੇ ਤੋਂ ਮੰਗੇ ਤੇ ਉਦੋਂ ਵੀ ਨਹੀਂ ਦਿੰਦੇ ਸੀ ਲੋਕੀ। ਬੋਲੇ ਸੋ ਦੁਨੀਆ ਤੇ ਤੁਸੀਂ ਕਈ ਇਸ ਤਰ੍ਹਾਂ ਦੇ ਲੋਕ ਦੇਖੇ ਹੋਣਗੇ ਜੋ ਕਿ ਆਪਣੇ ਆਪ ਨੂੰ ਅਪਾਹਿਜ ਸਮਝਣ ਤੋਂ ਬਾਅਦ ਆਪਣਾ ਜੀਵਨ ਜੋ ਹੈ ਉਹ ਮੰਗਣ ਲਈ ਮਜਬੂਰ ਹੋ ਜਾਂਦੇ ਨੇ। ਜੇਕਰ ਗੱਲ ਕੀਤੀ ਜਾਵੇ ਤਾਂ ਹਰੇਕ ਵਿਅਕਤੀ ਦੀ ਸੋਚ ਉਸ ਤਰ੍ਹਾਂ ਦੀ ਨਹੀਂ ਹੁੰਦੀ। ਹੁਣ ਤੁਹਾਨੂੰ ਅੱਜ ਇੱਕ ਜੋ ਖਬਰ ਦਿਖਾਉਣ ਜਾ ਰਹੇ ਹਾਂ, ਸ਼ਾਇਦ ਇਹ ਉਹਨਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ ਜੋ ਲੋਕ ਅਪਾਹਿਜ ਤੇ ਹਨ ਲੇਕਿਨ ਮੰਗ ਕੇ ਗੁਜ਼ਾਰਾ ਕਰਦੇ ਹਨ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿ ਇੱਕ ਨੌਜਵਾਨ ਜੋ ਕਿ ਜਿਸ ਦੀ ਬਾਂਹ ਨਹੀਂ ਹੈਗੀ ਹੈ, ਲੇਕਿਨ ਆਪਣੀ ਜ਼ਿੰਦਗੀ ਉਸ ਵੱਲੋਂ ਜਿਹੜੀ ਹੈ ਲਗਾਤਾਰ ਹੀ ਬਹੁਤ ਵਧੀਆ ਢੰਗ ਨਾਲ ਜਿਹੜੀ ਆ ਉਹ ਜੀਣੀ ਸ਼ੁਰੂ ਕੀਤੀ ਗਈ ਹੈ। ਲਗਾਤਾਰ ਹੀ ਵੀਰ ਜਿਹੜਾ ਸੀਗਾ ਉਹ ਕਾਫੀ ਜੋ ਸੀਗੇ ਉਹਨਾਂ ਦੇ ਹਾਲਾਤ ਘਰ ਦੇ ਬਹੁਤ ਮਾੜੇ ਸੀਗੇ, ਲੇਕਿਨ ਹਿੰਮਤ ਨਹੀਂ ਹਾਰੀ। ਹੁਣ ਉਹ ਇੱਕ ਹਾਰਮੋਨੀਅਮ ਜੋ ਹੈ ਉਹ ਪਲੇ ਕਰਦਾ ਹੈ, ਲੇਕਿਨ ਬਾਂਹ ਨਾ ਹੋਣ ਦੇ ਬਾਵਜੂਦ ਇੱਕ ਅਲੱਗ ਹੀ ਉਸ ਵੱਲੋਂ ਪਹਿਚਾਣ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ। ਔਰ ਦੇਸ਼ ਅਤੇ ਵਿਦੇਸ਼ ਵਿੱਚ ਇਸ ਵੀਰ ਨੂੰ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਔਰ ਇਸ ਨੂੰ ਬੁਲਾ ਕੇ ਜਿਹੜਾ ਆ ਉਹ ਕੀਰਤਨ ਵੀ ਕਰਵਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਵੀਰ ਹੁਣ ਤੁਹਾਨੂੰ ਇੱਕ ਵਾਰੀ ਜੋ ਸ਼ਬਦ ਨੇ ਉਹ ਗਾਇਨ ਕਰਕੇ ਵੀ ਦੱਸਣਗੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਪਲੇ ਜਿਹੜਾ ਆ ਕੀਤਾ ਜਾਂਦਾ ਆ, ਔਰ ਵੀਰ ਨਾਲ ਸਾਰੇ ਇੰਟਰੋਡਿਊਸ ਵੀ ਕਰਾਵਾਂਗੇ। ਦੇਖੋ ਤੁਸੀਂ ਕਿ ਇਹ ਜਜ਼ਬੇ ਨੂੰ ਸਲਾਮ ਕਰਦੀਆਂ ਹੋਈਆਂ ਤਸਵੀਰਾਂ ਨੇ, ਕਿਉਂਕਿ ਲਗਾਤਾਰ ਹੀ ਜੇਕਰ ਕਈ ਲੋਕ ਇਸ ਤਰ੍ਹਾਂ ਦੇ ਵੇਖੇ ਜਾਂਦੇ ਨੇ ਜਿਨ੍ਹਾਂ ਦੇ ਜੋ ਅੰਗਹੀਣ ਹੁੰਦੇ ਨੇ, ਲੇਕਿਨ ਕਿਤਨਾ ਕਿਤੇ ਜ਼ਰੂਰ ਉਹ ਤੁਹਾਨੂੰ ਮੰਗਦੇ ਹੋਏ ਨਜ਼ਰ ਆ ਸਕਦੇ ਨੇ, ਲੇਕਿਨ ਆਪਣਾ ਅਲੱਗ ਹੀ ਰੂਪ ਜਿਹੜਾ ਸੀਗਾ ਉਹਨਾਂ ਵੱਲੋਂ ਦਿਖਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਆਵਾਜ਼ ਜਿਹੜੀ ਹੈ ਉਹ ਬਹੁਤ ਹੀ ਮਿੱਠੀ ਆਵਾਜ਼ ਜਿਹੜੀ ਨਾ ਉਹ ਕੀਰਤਨ ਕਰ ਰਹੇ ਨੇ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਨਾਲ ਜੋ ਉਹਨਾਂ ਦੇ ਸਹਿਯੋਗੀ ਨੇ ਉਹ ਵੀ ਉਹਨਾਂ ਨਾਲ ਪੂਰਾ ਸਹਿਯੋਗ ਦਿੰਦੇ ਨੇ। ਦੂਸਰੇ ਪਾਸੇ ਹੁਣ ਇਹ ਵੀਰ ਜਿਹੜਾ ਆ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਧੂਮ ਪਾ ਰਿਹਾ, ਲੇਕਿਨ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚੋਂ ਜਦੋਂ ਇੱਥੇ ਪਹੁੰਚਿਆ ਗਿਆ ਸੀਗਾ, ਕੀ ਸੀਗਾ ਸਾਰਾ ਮਾਮਲਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਲੱਗ ਹੀ ਤਸਵੀਰ ਆ, ਕਿਉਂਕਿ ਹਮੇਸ਼ਾ ਹੀ ਜਦੋਂ ਵੀ ਕੋਈ ਵਿਅਕਤੀ ਜਿਹੜਾ ਆ ਉਹ ਜਦੋਂ ਅੰਗਹੀਨ ਹੋ ਜਾਂਦਾ ਉਸ ਤੋਂ ਬਾਅਦ ਉਸ ਨੂੰ ਹਮੇਸ਼ਾ ਕਦੀ ਦੇਖਦੇ ਹਾਂ ਕਿਸੇ ਜਗ੍ਹਾ ਤੇ ਮੰਗਦੇ ਦੇਖਦੇ ਹਾਂ, ਲੇਕਿਨ ਤੁਸੀਂ ਦੇਖੋ ਕਿ ਅਲੱਗ ਜਿਹੜਾ ਸੀਗਾ ਉਹ ਵੱਖਰੀ ਜਿਹੜੀ ਲੋਕਾਂ ਲਈ ਮਿਸਾਲ ਬਣਦਾ ਹੋਇਆ ਨਜ਼ਰ ਆ ਰਿਹਾ। ਵੀਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ
ਖਾਸ ਤੌਰ ਤੇ ਜਿਨ੍ਹਾਂ ਕੋਲੋਂ ਉਹਨਾਂ ਨੇ ਸਿਖਲਾਈ ਲਿੱਤੀ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ 'ਚ ਹੀ ਕਿਹਾ, ਜੋ ਵੀ ਲੋਕ ਬੇਸਿਕਲੀ ਜਿਨ੍ਹਾਂ ਦਾ ਕੋਈ ਸਰੀਰ ਦਾ ਅੰਗ ਨਹੀਂ ਹੁੰਦਾ, ਉਹਨਾਂ ਨੂੰ ਅਕਸਰ ਅਸੀਂ ਮੰਗਦੇ ਦੇਖਦੇ ਹਾਂ ਕਿ ਉਹ ਕਿਸੇ ਦਰਬਾਰ ਦੇ ਬਾਹਰ ਬੈਠੇ ਹੁੰਦੇ ਨੇ ਜਾਂ ਕਿਸੇ ਨਾ ਕਿਸੇ ਜਗ੍ਹਾ ਤੇ ਬੈਠ ਕੇ ਉਹ ਆਪਣੀ ਢਿੱਡ ਦੀ ਰੋਈ ਭੁੱਖ ਆ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਵੀਰ ਦਾ ਜਜ਼ਬਾ ਲੱਗ ਗਿਆ, ਬਾਂਹ ਨਾ ਹੋਣ ਦੇ ਬਾਵਜੂਦ ਵੀ ਪੈਰ ਦੇ ਨਾਲ ਜਿਹੜਾ ਹਾਰਮੋਨੀਅਮ ਜਿਹੜਾ ਪਲੇ ਕੀਤਾ ਜਾ ਰਿਹਾ। ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਤੁਹਾਡੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਸੀ? ਵੇਖੋ ਜੀ, ਇਸ ਤਰ੍ਹਾਂ ਕਿ ਇਹ ਬੱਚਾ ਅੱਜ ਤੋਂ 2.5-3 ਸਾਲ ਪਹਿਲਾਂ ਮੈਨੂੰ ਇੱਕ ਫੋਨ ਆਇਆ ਸੀਗਾ ਕਲਕੱਤੇ ਤੋਂ ਕਿ ਮੈਂ ਮਨਪ੍ਰੀਤ ਸਿੰਘ ਬੋਲ ਰਿਹਾ ਜੀ, ਅਤੇ ਮੈਨੂੰ ਪਤਾ ਲੱਗਾ ਤੁਸੀਂ ਕੀਰਤਨ ਸਿਖਾਉਂਦੇ ਆ ਅਤੇ ਮੈਂ ਕੀਰਤਨ ਸਿੱਖਣਾ ਚਾਹੁੰਦਾ ਜੀ। ਅਤੇ ਮੇਰਾ ਸੁਭਾਅ ਆ ਕਿ ਮੈਂ ਕਹਿੰਦਾ ਹੁੰਦਾ ਅਗਲੇ ਨੂੰ ਕਿ ਬੇਟਾ ਇੱਥੋਂ ਕੁਛ ਮਾੜਾ ਜਿਹਾ ਗੁਣਗੁਣਾ ਹਾਂ ਭਲਾ, ਵੀ ਇੰਨੀ ਦੂਰ ਬੈਠਾ ਹੈ ਅਤੇ ਚਲੋ ਇਹਦੇ ਸੁਰ ਚੈੱਕ ਹੋ ਜੇ। ਮੈਂ ਉਹਨੂੰ ਕਿਹਾ ਤੂੰ ਗਾ ਹਾਂ ਮਾੜਾ ਜਿਹਾ। ਇਹਨੇ ਮੈਨੂੰ ਅੱਜ ਵੀ ਯਾਦ ਆ ਕਿ ਇਹਨੇ ਭਾਈ ਰਵਿੰਦਰ ਸਿੰਘ ਜੀ ਦਾ ਸ਼ਬਦ ਗਾਇਆ ਹੋਇਆ, ਗੁਰਪੂਰੇ ਮੇਰੀ ਰਾਖ ਲਈ। ਇਹਨੇ ਮੈਨੂੰ ਉੱਥੋਂ ਫੋਨ 'ਤੇ ਗਾ ਕੇ 2 ਲਾਈਨਾਂ ਸੁਣਾਈਆਂ ਤਾਂ ਮੈਂ ਇਹਨੂੰ ਅਪਰੂਵਲ ਦੇ ਦਿੱਤੀ। ਮੈਂ ਕਿਹਾ ਤੂੰ ਆ ਜਾ, ਤੂੰ ਸਿੱਖ ਸਕਦਾ ਵਾਂ। ਇਹ ਬਾਂਹ ਬਾਰੇ ਇਹਨੇ ਮੈਨੂੰ ਬਿਲਕੁਲ ਜ਼ਿਕਰ ਨਹੀਂ ਸੀ ਕੀਤਾ ਕਿ ਮੇਰੀ ਬਾਂਹ ਇੱਕ ਹੈ। ਇਹ ਜਦੋਂ ਆਇਆ ਨਾ ਅਤੇ ਮੈਂ ਉਦੋਂ ਘਰ ਨਹੀਂ ਸੀਗਾ, ਇਹ ਮੇਰੇ ਗੇਟ ਅੱਗੇ ਖਲੋਤਾ ਸੀ ਅਤੇ ਜਦੋਂ ਮੈਂ ਗੱਡੀ ਡੱਕੀ ਅਤੇ ਕਹਿੰਦਾ ਜੀ ਮੈਂ ਮਨਪ੍ਰੀਤ ਸਿੰਘ। ਮੈਂ ਕਿਹਾ ਜੀ ਕਿੱਥੋਂ? ਕਹਿੰਦਾ ਕਲਕੱਤੇ ਤੋਂ, ਤੁਹਾਡੇ ਨਾਲ ਗੱਲ ਹੋਈ ਸੀ, ਮੈਂ ਆ ਗਿਆ। ਮੈਂ ਕਿਹਾ ਉਹ ਮੈਂ ਮਨ 'ਚ ਸੋਚਿਆ ਵੀ ਇਹ ਤਾਂ ਬੱਚਾ ਕੀ ਕਰੇਗਾ, ਮਤਲਬ ਮੈਂ ਇਹਨੂੰ ਕਿੱਦਾਂ ਕੀਰਤਨ ਸਿਖਾਵਾਂਗਾ। ਮੈਂ ਇਹਨੂੰ ਉਦੋਂ ਤਾਂ ਕੁਝ ਨਹੀਂ ਕਿਹਾ, ਮੈਂ ਕਿਹਾ ਚੱਲ ਅੰਦਰ ਆ ਜਾ। ਮੈਂ ਅੰਦਰ ਬਿਠਾ ਕੇ ਇਹਨੂੰ ਪਾਣੀ ਪੂਣੀ ਪਿਆ ਕੇ ਜਦੋਂ ਇਹਦੇ ਬਾਰੇ ਪੁੱਛਿਆ ਸਾਰਾ ਕੁਛ, ਇਹਨੇ ਮੈਨੂੰ ਦੱਸਿਆ ਕਿ ਮੈਂ ਮਤਲਬ ਪਿੰਡ ਮੇਰਾ ਯੂਪੀ ਦੇ ਵਿੱਚ ਆ, ਨਜੀਬਾਬਾਦ ਦੇ ਲਾਗੇ, ਪਰ ਮੈਂ ਨਾਨੀ ਕੋਲੇ ਇਸ ਕਰਕੇ ਰਹਿ ਰਿਹਾ ਵਾਂ ਕਲਕੱਤੇ ਕਿ ਮੇਰੇ ਘਰ ਦਾ ਗੁਜ਼ਾਰਾ ਬਹੁਤਾ ਮੁਸ਼ਕਲ ਹੈ। ਮੇਰੇ ਡੈਡੀ ਜਿਹੜੇ ਨੇ ਉਹ ਟਰੱਕ ਡਰਾਈਵਰ ਨੇ ਅਤੇ ਉਹ ਟਰੱਕ ਚਲਾਉਂਦੇ ਹੋਏ ਐਕਸੀਡੈਂਟ ਹੋ ਗਿਆ, ਹੁਣ ਉਹ ਘਰ ਨੇ। ਕਹਿੰਦਾ ਮੇਰਾ ਦਿਲ ਕਰਦਾ ਮੈਂ ਕੀਰਤਨ ਸਿੱਖਾਂ ਅਤੇ ਮੈਂ ਤਾਂ ਤੁਹਾਡੇ ਕੋਲ ਆਇਆ। ਮੈਂ ਕਿਹਾ ਬੇਟਾ ਤੇਰੀ ਤਾਂ ਬਾਂਹ ਇੱਕ ਹੈ, ਮੈਂ ਤੈਨੂੰ ਕਿਵੇਂ ਸਿਖਾਵਾਂਗਾ। ਮੈਂ ਇਹਨੂੰ ਮਨਾ ਕਰਤਾ ਸੀਗਾ ਇੱਕ ਵਾਰ, ਮੈਂ ਕਿਹਾ ਵੀ ਤੂੰ ਰਹਿਣ ਦੇ, ਪਰ ਇਹ ਤਾਂ ਮਨ ਭਰ ਗਿਆ ਕਿ ਮੈਂ ਤਾਂ ਕਿਰਾਏ ਦੇ ਪੈਸੇ ਵੀ ਇੰਨੇ ਕੀ ਟਿਕਟ ਕਰਾ ਕੇ ਆਇਆ ਅਤੇ ਮੈਂ ਵਾਪਸ ਨਹੀਂ ਜਾ ਸਕਦਾ। ਤਾਂ ਫਿਰ ਮੈਂ ਇਹਨੂੰ ਇੱਦਾਂ ਕਰਕੇ, ਜਿਵੇਂ ਹੁਣ ਨਹੀਂ ਬੈਠਾ ਮੈਂ ਇਹਦੇ ਲਾਗੇ, ਇੱਦਾਂ ਬੈਠਾ ਹੋਇਆ ਸੀ, ਇਹ ਇੱਕ ਤਰ੍ਹਾਂ ਸਾਹਮਣੇ ਬੈਠੇ ਅਤੇ ਮੈਂ ਇਹਦੀ ਲੱਤ ਨੂੰ ਐਂ ਥੱਲਿਓਂ ਕੱਢ ਕੇ ਅਤੇ ਮੈਂ ਐਂ ਕਰਕੇ, ਮੈਂ ਕਿਹਾ ਇੱਥੇ ਕੜਾਹ ਹਾਂ ਭਲਾ ਐਂ ਕਰਕੇ ਲੱਤ ਆ ਗੂਠੇ ਨਾਲ, ਮੈਂ ਕਿਹਾ ਤੂੰ ਐਂ ਕਰਕੇ ਪੱਖਾ ਮਾਰ। ਇਹਨੇ 2-3 ਵਾਰੀ ਪੱਖਾ ਮਾਰਿਆ ਅਤੇ ਇਹਨੇ ਹਵਾ ਭਰ ਲਈ। ਜਦੋਂ ਇਹ ਸੁਰ ਨੱਪੀ ਹਵਾ ਭਰੀ ਗਈ, ਮੈਂ ਕਿਹਾ ਚੱਲ ਬੇਟਾ ਯਾਰ ਤੇਰਾ ਕੰਮ ਬਣ ਜਾਏਗਾ, ਤੈਨੂੰ ਵਾਪਸ ਜਾਣ ਦੀ ਲੋੜ ਨਹੀਂ ਪਏਗੀ, ਚਲੋ ਆਪਾਂ ਮਿਹਨਤ ਕਰਦੇ ਹਾਂ। ਪਿਛਲੇ 2.5-3 ਸਾਲ ਤੋਂ ਮੈਂ ਇਸ ਬੱਚੇ 'ਤੇ ਮਿਹਨਤ ਕਰ ਰਿਹਾ ਸੀਗਾ। ਹੁਣ ਸਤਿਗੁਰੂ ਜੀ ਦੀ ਮਿਹਰ ਨਾਲ ਇਹਦੀ ਮਿਹਨਤ ਰੰਗ ਲਿਆਈ ਆ, ਮੇਰਾ ਤਾਂ ਕੁਝ ਨਹੀਂ ਇਹਦੇ ਵਿੱਚ ਲੱਗਾ ਵੀ ਇਸ ਵੇਲੇ ਇਹ ਬੱਚਾ ਤੁਹਾਡੇ ਸਾਹਮਣੇ ਸ਼ਬਦ ਗਾ ਰਿਹਾ ਸੀ। ਇਸ ਤਰ੍ਹਾਂ ਇਹਦੀ ਮੇਰੇ ਨਾਲ ਮੁਲਾਕਾਤ ਹੋਈ। ਭਾਈ ਸਾਹਿਬ, ਅਕਸਰ ਹੀ ਲੋਕ ਡੀਮੋਰਲਾਈਜ਼ ਹੋ ਜਾਂਦੇ ਜਦੋਂ ਵੀ ਉਹਨਾਂ ਦੀ ਕੋਈ ਬਾਂਹ ਕੱਟੀ ਜਾਵੇ ਜਾਂ ਲੱਤ ਨਾਲ ਅੰਗਹੀਨ ਹੋ ਜਾਂਦੇ ਨੇ। ਜਦੋਂ ਇਹ ਤੁਹਾਨੂੰ ਮਿਲੇ ਸੀਗੇ ਕਿ ਇਹ ਵੀ ਡੀਮੋਰਲਾਈਜ਼ ਸੀਗੇ, ਇਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਨਾ, ਕਿ ਲੱਗਦਾ ਸੀਗਾ ਕਿ ਕੁਝ ਕਰ ਸਕਦੇ ਸੀਗੇ? ਇਹ ਬੱਚਾ ਮੈਨੂੰ ਵਿਲੱਖਣ ਲੱਗਾ। ਵੈਸੇ ਸਭ ਤੋਂ ਪਹਿਲਾਂ ਇਹਦੀ ਛੋਟੀ ਉਮਰ ਸੀਗੀ, ਜਦੋਂ ਮੈਂ ਦੇਖਿਆ ਇਹ ਇਕੱਲਾ ਹੀ ਕਲਕੱਤੇ ਤੋਂ ਇੱਥੇ ਆ ਗਿਆ, ਮੈਂ ਕਿਹਾ ਇਹ ਵੀ ਬੜੀ ਵੱਡੀ ਗੱਲ ਹੈ। ਤੁਸੀਂ ਦੇਖੋ ਅੱਜ ਆਪਾਂ ਜਦੋਂ ਕਿਤੇ ਜਾਣਾ ਹੋਵੇ ਨਾ, ਆਪਾਂ ਕਹਿੰਦੇ ਛੋਟਾ ਬੱਚਾ ਜਿਹਦੇ ਨਾਲ ਕਿਸੇ ਨੂੰ ਵੱਡੇ ਨੂੰ ਭੇਜੋ। ਪਹਿਲਾ ਪ੍ਰਮਾਣ ਇਹਨੇ ਮੈਨੂੰ ਇਹ ਦਿੱਤਾ ਸੀ ਕਿ ਮੈਂ ਇਕੱਲਾ ਆ ਸਕਦਾ। ਦੂਜਾ ਪ੍ਰਮਾਣ ਇਹਦਾ ਇਹ ਸੀਗਾ ਕਿ ਮੈਂ ਕਹਿੰਦਾ ਸਿੱਖਣਾ ਹੀ ਸਿੱਖਣਾ ਵਾ, ਜੋ ਮਰਜ਼ੀ ਹੋ ਜਾਏ, ਅਤੇ ਮੈਨੂੰ ਨਾ ਤੁਸੀਂ ਨਾ ਕਰੋ, ਬਸ ਜਿਸ ਤਰ੍ਹਾਂ ਮਰਜ਼ੀ ਸਿਖਾਓ। ਇਹਦੀ ਹਿੰਮਤ ਸੀ, ਜਜ਼ਬਾ ਸੀ। ਇਹਦੇ ਜਜ਼ਬੇ ਨੂੰ ਸਲਾਮ ਹੈ ਕਿ ਇਹਨੇ ਬੱਚੇ ਨੇ ਇੱਥੇ ਰਹਿ ਕੇ ਇਹੋ ਜਿਹਾ ਵਕਤ ਵੀ ਇਹਨੇ ਦੇਖਿਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅੱਜ ਇੱਥੇ ਵਿਦਿਆਲਾ ਬਣਿਆ ਨਾ ਜੀ, ਇੱਥੇ ਇਹਦੇ ਜਜ਼ਬੇ ਦੀ ਗੱਲ ਤੁਸੀਂ ਕੀਤੀ। ਇੱਥੇ ਇਕੱਲਾ ਵੀ ਸੌਂਦਾ ਰਿਹਾ ਫਸਲਾਂ ਦੇ ਵਿੱਚ। ਇੱਕ ਵੇਲਾ ਐਸਾ ਵੀ ਆਇਆ, ਕਈ ਵਾਰੀ ਮੈਨੂੰ ਪ੍ਰੋਗਰਾਮ 'ਤੇ ਜਾਣਾ ਪੈਂਦਾ ਸੀਗਾ, ਮੈਂ ਨਹੀਂ ਇਹਦੇ ਨਾਲ ਰਹਿ ਸਕਦਾ ਸੀ। ਇੱਕ ਵਾਰੀ ਕੀ ਹੋਇਆ, ਇੱਕ ਦੀਵਾਲੀ ਸੀਗੀ, ਉਹ ਦੀਵਾਲੀ 'ਤੇ 2-4 ਬੱਚੇ ਜਿਹੜੇ ਨਾਲ ਰਹਿੰਦੇ ਉਹ ਕਹਿੰਦੇ ਅਸੀਂ ਤਾਂ ਦੀਵਾਲੀ ਵੇਖਣ ਘਰ ਜਾਣਾ ਜੀ, ਅਤੇ ਮੈਂ ਤਾਂ ਇਕੱਲਾ ਹੀ ਇੱਥੇ ਸੀਗੇ ਏਅਰਕੁੱਪ 'ਚ, ਕਿਉਂਕਿ ਅਸੀਂ ਟਰਾਲੀ ਨੂੰ ਇੱਕ ਉੱਤੇ ਜਿਵੇਂ ਆ ਕਿਸਾਨ ਹੁਣ ਜਾਂਦੇ ਨਹੀਂ ਘਰ ਬਣਾਇਆ, ਇਹ ਘਰ ਅਸੀਂ ਅੱਜ ਤੋਂ 3 ਸਾਲ ਪਹਿਲਾਂ ਬਣਾ ਚੁੱਕੇ ਹਾਂ। ਟਰਾਲੀ ਦੇ ਉੱਤੇ ਅਸੀਂ ਪਾਇਆ ਹੁੰਦਾ ਸੀਗਾ ਤਰਪਾਲ, ਉਹਦੇ ਵਿੱਚ ਇਹਨਾਂ ਬੱਚਿਆਂ ਦਾ ਘਰ ਹੁੰਦਾ ਸੀ। ਮੀਂਹ ਵੀ ਇਹਨਾਂ ਨੇ, ਝੱਖੜ ਵੀ ਇੱਥੇ ਵੇਖੇ ਹੈ, ਤਪਦੀ ਗਰਮੀ ਵੀ ਇੱਥੇ ਦੇਖੀ ਹੈ। ਇਹਨਾਂ ਬੱਚਿਆਂ ਦਾ ਜਜ਼ਬਾ ਸੀਗਾ ਕਿ ਇਹਨਾਂ ਨੇ ਉਹਦੇ ਵਿੱਚ ਰਹਿ ਕੇ ਮੇਰੇ ਕੋਲੋਂ ਸਿੱਖਿਆ ਵੀ ਚਲੋ ਵਿਦਿਆਲਾ ਬਣ ਜਾਏਗਾ ਅਤੇ ਅਸੀਂ ਕਾਮਯਾਬ ਹੋ ਜਾਵਾਂਗੇ। ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਤੇ ਹੁਣ ਦੇਸ਼ ਤੇ ਵਿਦੇਸ਼ 'ਚ ਵੀ ਕਹਿੰਦੇ ਨੇ ਕਿ ਮਨਪ੍ਰੀਤ ਦੀ ਧੁੰਮਾਂ
ਪੂਰੀਆਂ ਪੈ ਰਹੀਆਂ ਨੇ, ਵਿਦੇਸ਼ ਦੇ ਚੱਕਰ ਵੀ ਲੱਗ ਚੁੱਕਾ ਆ। ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ? ਲੱਗਦਾ ਕਿ ਪ੍ਰੇਰਨਾ ਦਾ ਸਰੋਤ ਬਣ ਕੇ ਸਾਹਮਣੇ ਲੋਕਾਂ ਨੂੰ ਨਜ਼ਰ ਆ ਰਿਹਾ ਮਨਪ੍ਰੀਤ? ਮੈਂ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਤੇ ਆਸਟ੍ਰੇਲੀਆ ਗੋਲਡ ਕੋਸਟ ਦੀ ਸੰਗਤ ਦਾ, ਜਿਨ੍ਹਾਂ ਨੇ ਉੱਥੋਂ ਦੇ ਪ੍ਰਬੰਧਕ ਭਾਈ ਸੁਰਜੀਤ ਸਿੰਘ ਜੀ ਔਰ ਭਾਈ ਸਾਹਿਬ ਸਿੰਘ, ਗੁਰਭੇਜ ਸਿੰਘ, ਜਿਹੜੇ ਸਾਡੇ ਰਿਸ਼ਤੇਦਾਰ ਵੀ ਨੇ, ਉਹਨਾਂ ਨੇ ਬੜਾ ਸਪੋਰਟ ਕੀਤਾ। ਤੇ ਇਹ 4 ਬੱਚੇ ਜਿਹੜੇ 3 ਬੱਚੇ ਤੇ ਇੱਕ ਵੱਡੇ ਗਿਆਨੀ ਜੀ ਸਾਡੇ, ਉਹਨਾਂ ਦੇ ਉੱਥੋਂ ਪੇਪਰ ਭੇਜੇ ਤੇ ਇਹ ਹੁਣ 1.25 ਸਾਲ ਉੱਥੇ ਕੀਰਤਨ ਕਰਕੇ ਆਏ ਆ। ਉੱਥੇ ਦੀ ਸੰਗਤ ਵੀ ਬਹੁਤ ਪ੍ਰਭਾਵਿਤ ਸੀ ਜਦੋਂ ਇਹ ਬੱਚਾ ਸੰਗਤ ਵਿੱਚ ਵਿਚਰਿਆ। 1.25 ਸਾਲ ਉੱਥੇ ਇਹ ਲਾ ਕੇ ਆਏ ਆ, ਬੜੀ ਇੱਜ਼ਤ ਕਮਾ ਕੇ ਆਏ ਆ। ਔਰ ਅੱਗੋਂ ਵੀ ਸਤਿਗੁਰੂ ਮਿਹਰ ਕਰੇ, ਇਹਨਾਂ ਨੂੰ ਮੈਂ ਯੂਰਪ ਦਾ ਟੂਰ ਜਿਹੜਾ ਬਹੁਤ ਛੇਤੀ, ਜਦੋਂ ਵੀ ਕਰੋਨਾ ਖੁੱਲ੍ਹੇਗਾ ਤੇ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਯੂਰਪ ਭੇਜਾਂਗਾ, ਇਹਨਾਂ ਸਾਰੇ ਬੱਚਿਆਂ ਨੂੰ। ਲਗਾਤਾਰ ਹੀ ਜੇਕਰ ਕਹਿੰਦੇ ਉਸਤਾਦ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ, ਲੇਕਿਨ ਕਿੰਨਾ ਕੁ ਡਿਫਿਕਲਟ ਹੁੰਦਾ ਜੀ ਜੇਕਰ ਕੋਈ ਅੰਗਹੀਨ ਬੱਚਾ ਹੋਵੇ, ਹਾਰਮੋਨੀਅਮ ਖਾਸ ਤੌਰ 'ਤੇ ਪਲੇ ਕਰਨਾ ਹੋਵੇ ਤੇ ਬਹੁਤ ਡਿਫਿਕਲਟ ਹੁੰਦਾ ਹੈ। ਕਿੰਨਾ ਕੁ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ? ਦਰਅਸਲ ਜਿਹੜੀ ਗੱਲ ਕੀਤੀ ਹੈ ਭਾਈ ਗੁਰਦੇਵ ਸਿੰਘ ਹੋਣਾ ਨੇ, ਉਸ ਬੱਚੇ 'ਚ ਵੀ ਜਜ਼ਬਾ ਹੈ ਤੇ ਇਹਨਾਂ ਵਿੱਚ ਵੀ ਜਜ਼ਬਾ ਹੈ ਵੀ ਜੇ ਚਾਹੁੰਦੇ ਤੇ ਇਹਨੂੰ ਕਹਿੰਦੇ ਵੀ ਕਾਕਾ ਤੂੰ ਨਹੀਂ ਸਿੱਖ ਸਕਦਾ, ਤੂੰ ਜਾ ਘਰ ਨੂੰ ਚੱਲ ਜਾ। ਲੇਕਿਨ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਮੈਂ ਬੜਾ ਹੈਰਾਨ ਆ। ਮੈਨੂੰ ਨਹੀਂ ਪਤਾ ਵੀ ਇੱਥੇ ਆਣ ਕੇ ਇਹਨਾਂ ਨੇ ਸਿਖਾਇਆ ਹੈ ਤੇ ਬਹੁਤ ਵਧੀਆ ਇਹਨਾਂ ਦਾ ਵੀ ਇਹਨਾਂ ਦੇ ਵਿੱਚ ਇਹ ਜਿਹੜਾ ਨਾ ਉਤਸ਼ਾਹ ਹੈ, ਇੱਕ ਹੁੰਦੀ ਆ ਵੀ ਜਜ਼ਬਾ ਹੁੰਦਾ, ਇੱਕ ਜਜ਼ਬਾ ਹੁੰਦਾ, ਇੱਕ ਹੁੰਦਾ ਤੀਖਣ ਜਜ਼ਬਾ। ਇਹਨਾਂ ਦੇ ਵਿੱਚ ਇੱਕ ਤੀਖਣ ਜਜ਼ਬਾ ਹੈ ਜਿਹਦੇ ਕਰਕੇ ਆ ਵਿਦਿਆਰਥੀ ਇਹਨਾਂ ਨੇ ਤਿਆਰ ਕਰ ਲਏ। ਔਰ ਇੱਕ ਅਕੈਡਮੀ ਜਿਹੜੀ ਹੈ, ਜਿਹੜਾ ਵਿਦਿਆਲਾ ਬਾਬਾ ਜੀ ਦੇ ਨਾਂ 'ਤੇ ਰੱਖਿਆ ਹੋਇਆ, ਉਹਨੂੰ ਇਹਨਾਂ ਨੇ ਸਥਾਪਿਤ ਕਰ ਲਿਆ ਹੈ। ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਹੈ ਤੇ ਮੈਨੂੰ ਬੜੀ ਖੁਸ਼ੀ ਵੀ ਆ ਕਿ ਇੱਕ ਦਿਨ ਇਹ ਸੀਗਾ ਕਿ ਜਦੋਂ ਇਹ ਸਾਡੇ ਕਾਲਜ ਪੜ੍ਹਦਾ ਰਿਹਾ ਹੈ ਤੇ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ, ਜਿਹੜੇ ਮੇਰੇ ਉਸਤਾਦ ਨੇ ਤੇ ਗਾਂ ਇਹਨਾਂ ਦੇ ਵੀ ਉਸਤਾਦ ਆ, ਪਰ ਅਸੀਂ ਦੋਨੋਂ ਨਾਜ ਸਾਹਿਬ ਤੇ ਮੈਂ ਇਕੱਠੇ ਸੀਗੇ ਪੜ੍ਹਾ ਰਹੇ ਜਦੋਂ ਇਹਨੇ ਸਾਡੇ ਕੋਲ ਵਿਦਿਆ ਪ੍ਰਾਪਤ ਕੀਤੀ ਆ। ਤੇ ਇਹ ਜਿਸ ਤਰ੍ਹਾਂ ਦੇ ਜਜ਼ਬੇ ਆ, ਮੈਂ ਸਮਝਦਾ ਵੀ ਬਹੁਤ ਅੱਗੇ ਕਾਲਜ ਨੂੰ ਇਹਨਾਂ ਲੈ ਕੇ ਜਾਣਾ ਹੈ। ਤੇ ਮੈਨੂੰ ਆਏ ਨੂੰ ਹੁਣ ਥੋੜ੍ਹੇ ਦਿਨ ਹੋਏ ਆ, ਮੈਂ 3-4 ਕਲਾਸਾਂ ਹੀ ਲਈਆਂ। ਕਦੀ ਜਦੋਂ ਤੁਸੀਂ ਇੱਥੇ ਪਹੁੰਚੇ ਸੀ ਲੱਗਾ ਨਹੀਂ ਕਿ ਇਹ ਕਿਸ ਤਰ੍ਹਾਂ ਦੇ ਹਾਰਮੋਨੀਅਮ ਪਲੇ ਹੋ ਰਿਹਾ ਹੈ? ਬੱਚੇ ਨੂੰ ਵੇਖ ਕੇ ਹੈਰਾਨਗੀ ਨਹੀਂ ਹੋਈ ਕਿ ਕਿਉਂਕਿ ਤੁਹਾਡਾ ਬੜਾ ਲੰਮਾ ਸਮਾਂ ਆ, ਇਸ ਬੜੇ ਬੱਚਿਆਂ ਨੂੰ ਤੁਸੀਂ ਤਿਆਰ ਕੀਤਾ, ਕਦੀ ਤੁਹਾਡੇ ਦਿਮਾਗ 'ਚ ਨਹੀਂ ਆਇਆ ਕਿ ਇਹ ਬੱਚਾ ਵਿਲੱਖਣ ਹੀ ਬੱਚਾ ਹੈ ਜਿਹੜਾ ਇੱਕ ਤਿਆਰ ਕੀਤਾ ਗਿਆ, ਜਿਹੜਾ ਪੈਰ ਦੇ ਨਾਲ ਹਾਰਮੋਨੀਅਮ ਜਿਹੜਾ ਪਲੇ ਕਰ ਰਿਹਾ? ਨਹੀਂ, ਬਿਲਕੁਲ ਇਹ ਵਿਲੱਖਣ ਆ, ਕਿਉਂਕਿ ਇਹੋ ਜਿਹੇ ਬੱਚੇ ਮੈਂ ਬਹੁਤ ਘੱਟ ਵੇਖੇ ਆ। ਮੈਂ ਤੇ ਪੈਰ ਨਾਲ ਤੇ ਪਹਿਲਾਂ, ਕਿਉਂਕਿ ਅੱਖਾਂ ਤੋਂ ਮਨਾਖੇ ਜਿਹੜੇ ਬੱਚੇ ਸੂਰਮੇ ਸਿੰਘ ਹੁੰਦੇ ਆ ਨਾ ਜੀ, ਉਹਨਾਂ ਨੂੰ ਤਾਂ ਮੈਂ ਦੇਖਿਆ ਵੀ ਕੀਰਤਨ ਕਰਦਿਆਂ ਨੂੰ। ਲੇਕਿਨ ਜਿਸ ਤਰ੍ਹਾਂ ਅੰਗਹੀਣ ਬੱਚਾ ਜਿਹੜਾ ਉਹ ਕੀਰਤਨ ਕਰ ਲਏ ਔਰ ਪੈਰ ਨਾਲ ਵਾਜਾ ਵਜਾ ਲਏ, ਇਹ ਬਹੁਤ ਵਧੀਆ ਗੱਲ ਆ ਇਸ ਬੱਚੇ ਵਾਸਤੇ ਵੀ, ਜਾਂ ਕਹਿ ਲਓ ਕਿ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨੂੰ ਇਹ ਸਾਰਾ ਕੁਝ ਦਿੱਤਾ ਹੈ। ਲਗਾਤਾਰ ਹੀ ਜਿੱਦਾਂ ਸੂਰਮੇ ਸਿੰਘਾਂ ਦੀ ਗੱਲ ਕੀਤੀ ਗਈ, ਤੁਹਾਡੇ ਕੋਲ ਵੀ ਕੁਝ ਸਿੰਘ ਹੈਗੇ ਨੇ ਜਿਹੜੇ ਸੂਰਮੇ ਨੇ, ਔਰ ਲਗਾਤਾਰ ਹੀ ਵੇਖਿਆ ਕਾਫੀ ਬੱਚੇ ਸੀਗੇ ਜਿਹੜੇ ਰਿਆਜ਼ ਕਰ ਰਹੇ ਸੀਗੇ ਔਰ ਬਹੁਤ ਡਿਸਪਲਿਨ ਦੇ ਵਿੱਚ ਰਿਆਜ਼ ਕਰ ਰਹੇ ਸੀਗੇ। ਕਿੰਨੇ ਕੁ ਹੋਰ ਬੱਚੇ ਨੇ ਤੁਹਾਡੇ ਕੋਲ? ਸੂਰਮੇ ਸਿੰਘ ਕਿੰਨੇ ਵਿੱਚ? ਪਹਿਲਾਂ 2 ਸੂਰਮੇ ਸਿੰਘ ਹੁੰਦੇ ਸੀ, ਇੱਕ ਸੂਰਮਾ ਸਿੰਘ ਵਿੱਚੋਂ ਚਲੇ ਗਿਆ ਘਰ ਨੂੰ। ਜੀ, ਇੱਕ ਸੂਰਮਾ ਸਿੰਘ ਮੇਰੇ ਕੋਲ ਹੈਗਾ, ਉਹ ਜੈਨ ਤੋਂ ਹੈਗਾ। ਜੀ, ਉਹ ਵੀ ਪਿਛਲੇ 2 ਸਾਲ ਤੋਂ ਮੇਰੇ ਕੋਲ ਆ। ਉਹ ਬਹੁਤ ਅੱਛਾ ਕੀਰਤਨੀਆ ਬਣ ਚੁੱਕਾ ਹੈ। ਕੀ ਸਿਰਫ ਮਨਪ੍ਰੀਤ ਨੂੰ ਆਲ ਓਵਰ ਵਰਲਡ ਦੇ ਟੂਰ ਕਰਵਾਇਆ ਜਾਵੇ ਕਿ ਬਾਕੀ ਬੱਚਿਆਂ ਵਾਸਤੇ ਵੀ ਏਮ ਰੱਖਿਆ ਗਿਆ? ਇਹ ਸਾਰੇ ਬੱਚੇ ਹੀ ਮੈਂ ਪੂਰੇ ਵਰਲਡ ਵਿੱਚ, ਇੰਡੀਆ ਵਰਲਡ ਤੇ ਇੰਡੀਆ ਵੀ ਆ ਗਿਆ। ਅਸੀਂ ਇੱਕ ਯੋਜਨਾ ਬਣਾਈ ਹੈ ਜਿਹਦਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਜਗ੍ਹਾ ਜਾ ਕੇ ਕੀਰਤਨ ਵੰਡਿਆ, ਲੋਕਾਂ ਨੂੰ ਕੀਰਤੀ ਗਾ ਕੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਜਾਣੂ ਕਰਵਾਇਆ ਕਿ ਪਰਮਾਤਮਾ ਸਭ ਕੁਝ ਕਰਦਾ ਹੈ। ਸਾਰਿਆਂ ਨੂੰ ਇੱਕ ਸੁਰ ਵਿੱਚ ਪਰੋਇਆ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕਰਕੇ। ਤਾਂ ਅਸੀਂ ਵੀ ਹੁਣ ਇਹਨਾਂ ਬੱਚਿਆਂ ਦੇ ਨਾਲ, ਜਾਂ ਜਿੰਨੇ ਵੀ ਹੋਰ ਬੱਚੇ ਸਾਡੇ ਨਾਲ ਇੱਥੇ ਹੋਰ ਪੜ੍ਹਾਈ ਕਰਨਗੇ, ਤਾਂ ਅਸੀਂ ਪੂਰੇ ਵਰਲਡ ਨੂੰ ਕੀਰਤਨ ਦਾ ਪ੍ਰਸ਼ਾਦ ਵੰਡਣ ਜਾ ਰਹੇ ਹਾਂ ਜਦੋਂ ਵੀ ਆ ਕਰੋਨਾ ਖੁੱਲ੍ਹੇਗਾ। ਪਹਿਲਾਂ ਤਾਂ ਅਸੀਂ ਇੰਡੀਆ ਦਾ ਟੂਰ ਕਰਦੇ ਸੀਗੇ, ਪੂਰਾ ਇੰਡੀਆ ਦਾ ਟੂਰ, ਇੱਥੋਂ ਪਟਨਾ ਸਾਹਿਬ, ਕਲਕੱਤਾ, ਉੜੀਸਾ, ਉੱਧਰੋਂ ਛੱਤੀਸਗੜ੍ਹ, ਫਿਰ ਉੱਧਰੋਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਇਹਦੀ ਵਾਪਸ ਅਸੀਂ ਆਉਂਦੇ ਸੀ ਰਾਜਸਥਾਨ ਥਾਣੀ ਜੀ। ਹੁਣ ਅਸੀਂ ਪਹਿਲਾ ਟੂਰ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ 17 ਸਿਟੀਆਂ ਦਾ। ਸਤਿਗੁਰੂ ਮਿਹਰ ਕਰੂਗਾ, ਸਾਡੀ ਗੱਲ ਉੱਥੋਂ ਦੇ ਪ੍ਰਬੰਧਕਾਂ ਨਾਲ ਚੱਲ ਰਹੀ ਹੈ। ਜਦੋਂ ਵੀ ਇਹ ਕਰੋਨਾ ਖੁੱਲ੍ਹੇਗਾ ਤਾਂ ਅਸੀਂ ਸਾਰੇ ਜਥੇ ਲੈ ਕੇ ਪਾਕਿਸਤਾਨ ਦੇ ਗੁਰੂ ਨਾਨਕ ਸਾਹਿਬ ਜੀ ਦੇ, ਜਿੱਥੋਂ ਕਰਤਾਰਪੁਰ ਸਾਹਿਬ ਤੋਂ ਆਰੰਭ ਕਰਕੇ
ਜਿੱਥੋਂ ਤੱਕ ਵੀ ਪਾਕਿਸਤਾਨ ਦੀ ਸੰਗਤ ਸਾਨੂੰ ਕਹੇਗੀ ਅਸੀਂ ਉੱਥੇ ਵੀ ਕੀਰਤਨ ਕਰਨ ਜਾਣਾ। ਤੇ ਹੋਰ ਜਿੰਨੀ ਇੰਡੀਆ ਦੇ ਵਿੱਚ ਅਸੀਂ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅਸੀਂ ਅਗਲਾ ਇੱਕ ਪ੍ਰੋਗਰਾਮ ਲੀਕ ਰਹੇ ਹਾਂ। ਜਦੋਂ ਜਦੋਂ ਵੀ ਸਾਨੂੰ ਸਮਾਂ ਮਿਲੇਗਾ, ਔਰ ਉਸ ਕੀਰਤਨ ਦੀ ਖਾਸੀਅਤ ਇਹ ਹੋਏਗੀ ਕਿ ਅਸੀਂ ਕਿਸੇ ਕੋਲ ਪੈਸਾ ਮੰਗਣ ਨਹੀਂ ਜਾ ਰਹੇ। ਭੇਟਾ ਫ੍ਰੀ ਹੋਏਗਾ। ਭੇਟਾ ਰਹਿਤ ਕੀਰਤਨ ਹੋਣਗੇ ਸਾਰੇ। ਕੋਈ ਪ੍ਰਬੰਧਕ ਚਾਹੇ ਤੇ ਉਹ ਸੇਵਾ ਕਰ ਸਕਦਾ, ਨਹੀਂ ਤੇ ਅਸੀਂ ਨਿਸ਼ਕਾਮ ਕੀਰਤਨ ਕੌਂਸਲ ਗਠਿਤ ਕੀਤੀ ਹੈ। ਤੁਸੀਂ ਪਹਿਲਾਂ ਵੀ ਇੱਕ ਭੇਟਾ ਰਹਿਤ ਟੂਰ ਕੱਟ ਚੁੱਕੇ, ਜਿਸ ਵਿੱਚ ਤੁਸੀਂ ਗੱਲ ਕਰ ਰਹੇ ਸੀਗੇ ਕਿ ਅਸੀਂ ਕਿਸੇ ਕੋਲ ਪੈਸੇ ਨਹੀਂ ਸੀ ਲੈ ਰਹੇ, ਸਿਰਫ ਮੇਰੇ ਖਿਆਲ 15-20 ਦਿਨ ਦਾ ਟੂਰ ਸੀਗਾ ਜਿਹੜਾ ਤੁਸੀਂ ਫ੍ਰੀ ਕਰਕੇ ਆਏ ਸੀਗੇ। ਉਹ ਕੀ ਰੋਡ ਮੈਪ ਸੀਗਾ ਸਾਰਾ ਉਹਦਾ ਵੀ? ਪੂਰੇ ਇੰਡੀਆ ਦੇ ਵਿੱਚ ਅਸੀਂ ਸ਼ੁਰੂ ਕੀਤੇ। ਉਹਦੇ 'ਚ ਇੱਕ ਟੂਰ ਅਸੀਂ ਕੱਢਿਆ ਸੀਗਾ 2018 ਦੇ ਵਿੱਚ, ਜਦੋਂ ਸ਼ੁਰੂ ਕੀਤਾ ਸੀਗਾ। ਉਹਦੇ ਵਿੱਚ ਕੀ ਸੀਗਾ ਕਿ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਤੁਰੇ, ਲੁਧਿਆਣਾ, ਅਗਲਾ ਕੀਰਤਨ ਅੰਬਾਲਾ, ਸਹਾਰਨਪੁਰ, ਮੇਰਠ, ਦਿੱਲੀ, ਹਾਪੁੜ, ਮੁਰਾਦਾਬਾਦ, ਬਰੇਲੀ, ਲਖਨਊ, ਕਾਨਪੁਰ, ਅੱਗੇ ਇਲਾਹਾਬਾਦ, ਬਨਾਰਸ, ਅਈਆਗੰਜ, ਉਹ ਹਜ਼ਾਰੀ ਬਾਗ, ਇਸ ਤਰ੍ਹਾਂ ਕਰਦੇ ਹੋਏ ਅਸੀਂ ਪਟਨਾ ਸਾਹਿਬ ਤੱਕ ਗਏ ਸੀਗੇ। ਪਟਨਾ ਸਾਹਿਬ ਤੋਂ ਅਸੀਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਮੈਨੂੰ ਸਾਰੇ ਯਾਦ ਆਉਂਦੇ ਸੀ, ਹੁਣ ਭੁੱਲੇ ਜੇ ਪਏ ਨੇ। ਉਹ ਅਸੀਂ ਨਿਸ਼ਕਾਮ ਕੀਰਤਨ ਕੌਂਸਲ ਜਦੋਂ ਸਾਡੀ ਬਣੀ ਸੀ, ਜਿਹਦੇ ਵਿੱਚ ਸਾਡੇ ਕਾਫੀ ਜਥੇ ਮੈਂਬਰ ਨੇ, ਤੇ ਅਸੀਂ ਸਾਰਿਆਂ ਦੀ ਸਪੋਰਟ ਦੇ ਨਾਲ ਅਸੀਂ ਇੱਕ ਟੂਰ ਲਾ ਕੇ ਆਏ ਸੀ। 53 ਸ਼ਹਿਰਾਂ ਦੇ ਵਿੱਚ ਅਸੀਂ ਕੀਰਤਨ ਕੀਤਾ ਸੀਗਾ ਭੇਟਾ ਰਹਿਤ। ਇਹ ਕੰਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ, ਠੀਕ ਆ, ਨੋ ਡਾਊਟ ਆਪਣਾ ਕੰਮ ਉਹ ਕਰਦੇ ਪਏ ਨੇ, ਹੋਰ ਸਮਾਜ ਸੇਵੀ ਸੰਸਥਾਵਾਂ ਵੀ ਕੰਮ ਕਰਦੀਆਂ ਪਈਆਂ। ਕੀ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਤੁਹਾਡੇ ਵਰਗੇ ਲੋਕਾਂ ਦੀ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਕਿ ਆਪਣਾ ਜਿਹੜਾ ਪ੍ਰਚਾਰ ਦੀ ਗੱਲ ਹੈ ਉਹ ਹੋਰ ਦੂਰ ਤੱਕ ਪਹੁੰਚ ਸਕੇ? ਦੇਖੋ, ਮੈਂ ਵੀ ਸ਼੍ਰੋਮਣੀ ਕਮੇਟੀ ਦਾ ਹੀ ਮੁਲਾਜ਼ਮ ਹਾਂ। ਉੱਥੇ ਮੈਂ ਹਰਿਮੰਦਰ ਸਾਹਿਬ ਜੇ ਡਿਊਟੀ ਕਰਦਾ, ਉਹ ਵੀ ਮੁਲਾਜ਼ਮ ਹੋਣ ਨਾਤੇ ਹੀ ਕਰਦਾ। ਮੈਂ ਵੀ ਬੇਨਤੀ ਕਰਨੀ ਹੈ ਪ੍ਰਧਾਨ ਸਾਹਿਬ ਨੂੰ ਮਿਲ ਕੇ, ਜਦੋਂ ਇਹ ਹਾਲਾਤ ਠੀਕ ਹੁੰਦੇ ਆ, ਹੋ ਸਕਦਾ ਕਿ ਅਸੀਂ ਇਕੱਠੇ ਹੋ ਕੇ ਕਰੀਏ ਇੱਦਾਂ। ਉਹਨਾਂ ਨੇ ਸਾਨੂੰ ਮਨਾ ਥੋੜ੍ਹੀ ਕਰਨਾ, ਅਸੀਂ ਉਹਨਾਂ ਦੇ ਪਰਿਵਾਰ ਦੇ ਆਗਿਆ ਨਾਲੇ ਇਸ ਕੰਮ ਨੂੰ ਤੇ ਸਾਨੂੰ ਜਦੋਂ ਮਰਜ਼ੀ ਆਗਿਆ ਹੀ ਦੇਣਗੇ। ਤੇ ਵਾਹਿਗੁਰੂ ਮਿਹਰ ਕਰੇਗਾ, ਇਹ ਵੀ ਇਕੱਠੇ ਹੋ ਕੇ ਚੱਲਾਂਗੇ ਅਸੀਂ ਸਾਰੇ। ਸੋ ਮਨਪ੍ਰੀਤ ਵੀ ਸਾਡੇ ਨਾਲ ਮੌਜੂਦ ਆ, ਤੁਹਾਨੂੰ ਦਿਖਾਦੇ ਨੇ ਇੱਕ ਵਾਰੀ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਵਾ ਹਾਰਮੋਨੀਅਮ ਜਿਹੜਾ ਆ ਉਹ ਪਲੇ ਕੀਤਾ ਜਾਂਦਾ। ਔਰ ਜ਼ਿੰਦਗੀ ਜਿਹੜੀ ਆ ਉਹ ਹਮੇਸ਼ਾ ਹੀ ਕਹਿੰਦੇ ਕਿ 2 ਕਰਵਟ ਲੈਂਦੀ ਆ, ਹਮੇਸ਼ਾ ਹੀ। ਸ਼ਾਇਦ ਆ ਦੂਸਰਾ ਕਰਵਟ ਆ ਮਨਪ੍ਰੀਤ ਦਾ, ਔਰ ਲਗਾਤਾਰ ਹੀ ਇਹਨਾਂ ਵੱਲੋਂ ਜਿਹੜਾ ਆ ਹਾਰਮੋਨੀਅਮ ਪਲੇ ਵੀ ਕੀਤਾ ਹੈ। ਮਨਪ੍ਰੀਤ, ਇੱਕ ਵਾਰੀ ਤੁਸੀਂ ਕੋਈ ਸ਼ਬਦ ਗਾਇਨ ਕਰਕੇ ਸੁਣਾ ਸਕੋ, ਕਿਉਂਕਿ ਸਰੋਤੇ ਵੀ ਸੁਣਨਾ ਚਾਹਣਗੇ ਸਾਡੇ ਕਿ ਤੁਸੀਂ ਤੁਹਾਡੀ ਆਵਾਜ਼ ਕਿਸ ਤਰ੍ਹਾਂ ਦੀ ਹੈ ਜਾਂ ਤੁਸੀਂ ਹਾਰਮੋਨੀਅਮ ਕਿਸ ਤਰ੍ਹਾਂ ਪਲੇ ਕਰਦੇ ਹੋ। ਜੇ ਰਿਕੁਐਸਟ ਹੈ ਪਲੀਜ਼ ਤੁਸੀਂ ਸੁਣਾਓ ਕੁਛ ਜੀ। रामदास गुरु हर साथ कियो, रामदास गुरु हर साथ कियो, सम्राट गुरु सिर हाथ तरियो, सम्राट गुरु सिर हाथ तरियो, रामदास गुरु। सिर हाथ तारियो, गुर की कृपा हर नाम दियो, जिस देख चरण अगन हारियो, जिस देख चरण अगन हारियो, रामदास गुरु हर साथ कियो, रामदास गुरु
हार साथ कियो सम्राट गुरु सिर हाथ तारियो सम्राट गुरु सिर हाथ तारियो। ਸੋ ਤੁਸੀਂ ਸੁਣਿਆ ਕਿ ਕਿੰਨਾ ਸੋਹਣੀ ਆਵਾਜ਼ ਸੀਗੀ ਵੀਰ ਉਹਨਾਂ ਦੀ। ਵੀਰ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜਦੋਂ ਇੱਕ ਚੀਜ਼ ਖੋਂਦਾ ਹੈ ਤੇ ਦੂਸਰੀ ਚੀਜ਼ ਨੂੰ ਨਾਲ ਦਿੰਦਾ ਹੈ। ਕੀ ਲੱਗਦਾ ਹੈ ਕਿ ਗੁਰੂ ਦਾ ਹੱਥ ਹੀ ਹੈ ਤੁਹਾਡੇ ਤੇ ਸਿਰ ਤੇ? ਬਿਲਕੁਲ ਜੀ। ਕਿਸ ਤਰ੍ਹਾਂ ਦਾ ਘਰ ਦਾ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਪਹਿਲੋਂ? ਹਾਲਾਤ ਕਾਫੀ ਜ਼ਿਆਦਾ ਖਰਾਬ ਸੀ। ਪਹਿਲਾਂ ਡੈਡੀ ਟਰੱਕ ਚਲਾਉਂਦੇ ਹੁੰਦੇ ਸੀ, ਉਸ ਤੋਂ ਬਾਅਦ ਫਿਰ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਫਿਰ ਹੁਣ ਤਕਰੀਬਨ ਘਰ ਹੀ ਰਹਿੰਦੇ ਆ। ਤੇ ਉਦੋਂ ਫਿਰ ਜ਼ਿਆਦਾ ਹਾਲਾਤ ਖਰਾਬ ਹੋ ਗਏ, ਮੇਰੇ ਪੜ੍ਹਾਈ ਵੀ ਲਾਗੇ ਸਕੂਲ ਵਗੈਰਾ ਨਹੀਂ ਹੈਗੇ ਸੀ ਇੰਨੇ, ਤੇ ਫਿਰ ਮੈਨੂੰ ਕਲਕੱਤੇ ਜਾਣਾ ਪਿਆ ਜੀ। ਕਲਕੱਤੇ ਫਿਰ ਜਦੋਂ ਤੁਸੀਂ ਉੱਥੇ ਗਏ ਫਿਰ ਉੱਥੇ ਕਿਸ ਤਰ੍ਹਾਂ ਦੇ, ਉੱਥੇ ਵੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ? ਕਿਉਂਕਿ ਅਕਸਰ ਹੀ ਅਪਾਹਿਜ ਬੱਚਿਆਂ ਨੂੰ ਸਾਹਮਣਾ ਬੜਾ ਮੁਸ਼ਕਲ ਹੋ ਜਾਂਦਾ, ਫਿਰ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ? ਉੱਥੇ ਮੈਂ ਆਪਣੇ ਨਾਨਾ ਨਾਨੀ ਕੋਲ ਰਹਿੰਦਾ ਸੀ ਜੀ, ਤੇ ਉੱਥੇ ਫਿਰ ਸਕੂਲ 'ਚ ਸਟੱਡੀ ਉਹਨਾਂ ਨੇ ਪਾਇਆ ਸੀ, ਤੇ ਉੱਥੇ ਹੈਗੇ ਸੀ ਥੋੜ੍ਹੇ ਹਾਲਾਤ, ਪਰ ਘਰਦਿਆਂ ਕਰਕੇ ਥੋੜ੍ਹੀ ਮੁਸ਼ਕਿਲ ਨਹੀਂ ਆਈ। ਤੇ ਇਹ ਜਿਹੜੀ ਤੁਹਾਡੀ ਬਾਜੂ ਕੱਟ ਗਈ ਸੀਗੀ, ਕਿਸ ਤਰ੍ਹਾਂ, ਕੀ ਹਾਲਾਤ ਕੀ ਬਣੇ ਸੀਗੇ ਇਹਦੇ ਵਿੱਚ? ਹਾਂਜੀ, ਇਹ ਮੈਂ ਛੋਟਾ ਹੁੰਦਾ ਖੇਡਣ ਡਿਆ ਸੀ ਤੇ ਮੋਟਰ ਲੱਗੀ ਸੀ, ਪਾਣੀ ਪੀਣ ਵਾਸਤੇ ਗਿਆ ਸੀ ਤੇ ਉੱਤੇ ਡਿੱਗ ਗਿਆ ਸੀ ਮੋਟਰ ਤੇ। ਠੀਕ ਤੇ ਉਹਦੀ ਸ਼ਾਵਟ ਦੇ ਵਿੱਚ ਆ ਗਈ ਸੀ ਮੇਰੀ ਬਾਂਹ ਦੀ ਜਿਹੜੀ ਕਮੀਜ਼ ਆ ਉਹ ਆ ਗਈ ਸੀ, ਤੇ ਉਹਦੇ ਨਾਲ ਫਿਰ ਉਹ ਲਪੇਟੀ ਗਈ। ਫਿਰ ਭਾਈ ਸਾਹਿਬ ਹੋਣਾ ਨਾਲ ਕਿਸ ਤਰ੍ਹਾਂ ਸੰਪਰਕ 'ਚ ਆਏ? ਕੋਈ ਨਾਮ ਸੁਣਿਆ ਇਹਨਾਂ ਦਾ, ਕਿਸ ਤਰ੍ਹਾਂ ਫਿਰ ਸੰਪਰਕ 'ਚ ਆਏ? ਜੀ, ਮੈਨੂੰ ਇੱਕ ਸ਼ੌਂਕ ਹੁੰਦਾ ਸੀ, ਕੀਰਤਨ ਸੁਣਨ ਦਾ ਸ਼ੌਂਕ ਸੀ, ਤੇ ਮੈਂ ਸੁਣਦਾ ਹੁੰਦਾ ਸੀ। ਫਿਰ ਸਾਜੀ ਉਹਨਾਂ ਦੇ ਸ਼ਬਦ ਵੀ ਸੁਣੇ ਸੀ YouTube ਤੇ ਫਿਰ ਉਹ ਤੋਂ ਨੰਬਰ ਕੱਢਿਆ ਸੀ ਆਨਲਾਈਨ ਇਹਨਾਂ ਦਾ। ਅੱਛਾ, ਜਦੋਂ ਤੁਸੀਂ ਕਲਕੱਤੇ ਤੋਂ ਅੰਮ੍ਰਿਤਸਰ ਪਹੁੰਚੇ, ਜਦੋਂ ਪਹਿਲੀ ਵਾਰ ਤੁਸੀਂ ਇਹਨਾਂ ਨੂੰ ਮਿਲੇ, ਜਿਵੇਂ ਇਹਨਾਂ ਨੇ ਕਿਹਾ ਕਿ ਉਹ ਵੀ ਸ਼ੌਕ ਹੋ ਗਿਆ ਸੀਗਾ ਕਿ ਇੱਕ ਤੇ ਬਾਜੂ ਨਹੀਂ ਹੈਗੀ ਤੇ ਕੀਰਤਨ ਕਿੱਦਾਂ ਸਿਖਾਇਆ ਜਾਵੇ, ਤੁਸੀਂ ਵੀ ਕੀ ਸ਼ੌਕ ਹੋ ਗਿਆ ਸੀਗਾ ਕਿ ਜਿਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਤੁਸੀਂ ਕੰਮ ਸਿੱਖ ਸਕੋਗੇ? ਹਾਂਜੀ, ਉਦੋਂ ਮੈਨੂੰ ਅੰਦਰੋਂ ਹੋਇਆ ਸੀ ਕਿ ਮਤਲਬ ਮੈਂ ਇੰਨੀ ਦੂਰੋਂ ਆਇਆ ਇਸ ਕਰਕੇ, ਪਰ ਫਿਰ ਵੀ ਉਸਤਾਦ ਜੀ ਨੇ ਜਾਣ ਨਹੀਂ ਦਿੱਤਾ ਮੈਨੂੰ, ਤੇ ਉਹਨਾਂ ਨੇ ਇੱਥੇ ਰੱਖ ਕੇ ਮਿਹਨਤ ਕੀਤੀ ਮੇਰੇ ਤੇ। ਜਿਵੇਂ ਤੁਸੀਂ ਇੱਕ ਹੁਣੇ ਸ਼ਬਦ ਗਾਇਨ ਕੀਤਾ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਕੀ ਲੱਗਦਾ ਹੈ ਕਿ ਵਾਕਈ ਗੁਰੂ ਨੇ ਹੁਣ ਹੱਥ ਰੱਖਿਆ ਹੋਇਆ, ਸਮਰੱਥ ਗੁਰੂ ਨੇ ਹੱਥ ਰੱਖ ਦਿੱਤਾ? ਬਿਲਕੁਲ ਜੀ, ਮੈਨੂੰ ਲੱਗਦਾ ਜੀ। ਅੱਛਾ, ਫਿਰ ਕਿੰਨਾ ਕੁ ਡਿਫਿਕਲਟ ਹੁੰਦਾ? ਕਿਉਂਕਿ ਇੱਕ ਲੱਤ ਦੇ ਨਾਲ ਪਲੇ ਕਰਨਾ ਬੜਾ ਡਿਫਿਕਲਟ ਟਾਸਕ ਆ, ਕਿਉਂਕਿ ਹੱਥ ਲਾਓ ਤੇ ਤਾਂ ਵੀ ਜਿਹੜੀਆਂ ਫਿੰਗਰਸ ਬਹੁਤ ਦਰਦ ਵੀ ਹੁੰਦੀਆਂ ਨੇ। ਫਿਰ ਪੈਰ ਨਾਲ ਕਿੱਦਾਂ ਹਾਰਮੋਨੀਅਮ ਨੂੰ ਪਲੇ ਕਰਦੇ ਹੋ? ਕਿੰਨੀ ਕੁ ਦਰਦ ਹੁੰਦੀ ਆ, ਜਾਂ ਦਰਦ ਹੁੰਦੀ ਹੈ ਕਿ ਨਹੀਂ ਹੁੰਦੀ ਇਹ 'ਚ? ਸ਼ੁਰੂ ਦੇ ਵਿੱਚ ਜਦੋਂ ਹੋਇਆ ਸੀ ਉਦੋਂ ਥੋੜ੍ਹੀ ਹੁੰਦੀ ਸੀ, ਫਿਰ ਕਰਦੇ ਕਰਦੇ ਪ੍ਰੈਕਟਿਸ ਕਰਦੇ ਕਰਦੇ ਹੁਣ ਤੇ ਇੱਕਦਮ ਨਹੀਂ ਹੁੰਦੀ। ਤੇ ਮਨਪ੍ਰੀਤ, ਤੇ ਹੁਣ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ? ਮੈਂ ਸੁਣਿਆ ਵਿਦੇਸ਼ ਦਾ 1.5 ਸਾਲ ਲਾ ਕੇ ਆਏ ਹੋ, ਫਿਰ ਹੁਣ ਘਰ ਦੇ ਹਾਲਾਤ ਕਿੱਦਾਂ ਨੇ? ਮੰਮੀ ਪਾਪਾ ਨੂੰ ਹੁਣ ਕਿਸ ਤਰ੍ਹਾਂ ਲੋਕ ਉੱਥੇ ਨੇ ਪਿਆਰ ਵੀ ਕਰਦੇ ਪਏ ਨੇ? ਜਦੋਂ ਤੁਸੀਂ ਪਹਿਲੋਂ, ਮੈਂ ਸੁਣਿਆ ਕਿ ਪਹਿਲੋਂ ਚੀਜ਼ਾਂ ਮੰਗਦੇ ਦਿੰਦੇ ਨਹੀਂ ਸੀਗੇ, ਹੁਣ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ? ਹਾਂਜੀ, ਹੁਣ ਠੀਕ ਨੇ। ਹੁਣ ਜਿਹੜੇ ਪਹਿਲਾਂ ਨਹੀਂ ਵੀ ਬੁਲਾਉਂਦੇ ਸੀ ਉਹ ਵੀ ਹੁਣ ਬੁਲਾਉਂਦੇ ਆ, ਤੇ ਪਹਿਲਾਂ ਥੋੜ੍ਹੇ ਇੱਦਾਂ ਦੇ ਹਾਲਾਤ ਸੀ ਜੇ ਕਿਸੇ ਤੋਂ ਮੰਗੇ ਤੇ ਉਦੋਂ ਵੀ ਨਹੀਂ ਦਿੰਦੇ ਸੀ ਲੋਕੀ, ਤੇ ਲੇਕਿਨ ਹੁਣ ਆਉਂਦੇ ਵੀ ਆ ਲੋਕੀ, ਸਾਰੇ ਮਿਲਦੇ ਵੀ ਆ, ਰਾਹ 'ਚ ਆਉਂਦੇ ਆ ਜਾਂਦੇ ਆ ਵੀ ਜੇ ਕਿਤੇ ਆਉਂਦੇ। ਕਦੀ ਆ ਨਹੀਂ ਕਿਹਾ ਕਿਸੇ ਨੇ ਕਿ ਮਨਪ੍ਰੀਤ ਸਾਡੇ ਬੱਚੇ ਨੂੰ ਵੀ ਬਾਹਰ ਲੈ ਜਾਓ? ਹੁਣ ਕਹਿੰਦੇ ਬੜੇ ਕਹਿੰਦੇ ਹੁਣ ਤੇ। ਕਦੀ ਸੋਚਿਆ ਸੀਗਾ ਕਿ ਮਨਪ੍ਰੀਤ ਇੰਨਾ ਕੁ ਸੁਖੱਲਾ ਹੋ ਜਾਏਗਾ ਕਿ ਲੋਕ ਉਹਨੂੰ, ਉਹਦੇ ਮਾਂ-ਬਾਪ ਨੂੰ ਉਹਦੇ ਨਾਂ ਤੇ ਜਾਣਨਾ ਸ਼ੁਰੂ ਹੋ ਜਾਣਗੇ? ਨਹੀਂ, ਇਹ ਕਦੇ ਸੋਚਿਆ ਨਹੀਂ ਸੀ। ਮਹਾਰਾਜ ਨੇ ਆਪ ਹੀ ਕਿਰਪਾ ਕੀਤੀ, ਕੋਈ ਉਸਤਾਦ ਜੀ ਦੀ ਕਿਰਪਾ, ਜਿਨ੍ਹਾਂ ਨੇ ਮੈਨੂੰ ਸਿਖਾਇਆ ਇੰਨਾ। ਅਸੀਂ ਤਾਂ ਕਦੇ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜ਼ਿੰਦਗੀ 'ਚ। ਅੱਛਾ, ਹਰ ਇੱਕ ਵਿਅਕਤੀ ਦਾ ਕੋਈ ਨਾ ਕੋਈ ਗੋਲ ਹੁੰਦਾ, ਕੋਈ ਸੋਚਦਾ ਮੈਂ ਇਸ ਜਗ੍ਹਾ ਤੇ ਮੁਕਾਮ ਤੇ ਪਹੁੰਚਣਾ। ਕਦੀ ਮੁਕਾਮ ਸੋਚਿਆ ਮੈਂ ਇਸ ਮੁਕਾਮ ਤੇ ਪਹੁੰਚਣਾ ਚਾਹੁੰਦਾ? ਰਾਗੀ ਬਣਨ ਦੇ ਸੋਚਿਆ ਜੀ ਤੇ। ਅੱਛਾ, ਸਭ ਨਾਲੋਂ ਵੱਡਾ ਇੱਕ ਹੋਰ ਡ੍ਰੀਮ ਇੱਕ ਵਿਅਕਤੀ ਦਾ, ਰਾਗੀ ਦਾ, ਹੁੰਦਾ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਜ਼ਰੂਰ ਉਹ ਇੱਕ ਵਾਰ ਕੀਰਤਨ ਨੂੰ ਕਰੇ, ਕੀਰਤਨ ਨੂੰ ਲੋਕਾਂ ਨੂੰ ਸੁਣਾਏ, ਜਾਂ ਕੀਰਤਨ ਰਸ ਦੇ ਵਿੱਚ ਲੈ ਕੇ ਜਾਵੇ। ਕਦੀ ਸੋਚਿਆ ਕਿ ਮੈਂ ਵੀ ਹਰਿਮੰਦਰ ਸਾਹਿਬ ਤਾਬਿਆਂ ਸਾਹਮਣੇ ਬੈਠ ਕੇ ਕੀਰਤਨ ਕਰਾਂ ਤੇ ਲੋਕ ਮੈਨੂੰ ਸੁਣਨ ਤੇ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲੇ? ਨਹੀਂ ਸੋਚਿਆ ਤਾਂ ਬੜੀ ਵਾਰ ਹੈ, ਪਰ ਜੇ ਮਹਾਰਾਜ ਕਿਰਪਾ ਕਰਨਗੇ ਤਾਂ ਫਿਰ ਜ਼ਰੂਰ ਕਰਾਂਗੇ। ਅੱਛਾ, ਤੁਸੀਂ ਆਸਟ੍ਰੇਲੀਆ 1.5 ਸਾਲ ਆ ਕੇ ਆਏ, ਫਿਰ ਉੱਥੇ ਕਿਸ ਤਰ੍ਹਾਂ ਦੇ ਲੋਕਾਂ ਦਾ ਮਾਹੌਲ ਸੀਗਾ? ਕਿਉਂਕਿ ਲੋਕ ਜਿਹੜੇ ਨੇ ਉਹ ਯੂਨੀਕ ਚੀਜ਼ ਵੇਖਣ ਨੂੰ ਬੜਾ ਪਸੰਦ ਨੇ, ਕਿਉਂਕਿ ਉਹ ਕ੍ਰੀਏਟੀਵਿਟੀ ਦੇਖਦੇ ਨੇ ਹਮੇਸ਼ਾ, ਵਿਦੇਸ਼ ਦੇ ਲੋਕ ਜਿਹੜੇ ਨੇ। ਫਿਰ ਜੋ ਤੁਹਾਨੂੰ ਦੇਖਦੇ ਸੀਗੇ, ਕਦੀ ਉਹਨਾਂ ਨੇ ਪ੍ਰੇਜ਼ ਕੀਤਾ ਕਿ ਠੀਕ ਹੈ ਬੇਟਾ ਤੂੰ ਵਧੀਆ ਕੰਮ ਕਰ ਰਿਹਾ? ਜਿਹੜਾ 1.5 ਸਾਲ ਆ ਗਿਆ ਸੀ, ਕਿਸ ਤਰ੍ਹਾਂ ਲੋਕ ਤੁਹਾਨੂੰ ਪ੍ਰੇਜ਼ ਕਰਦੇ ਸੀਗੇ? ਨਹੀਂ, ਉੱਥੇ ਲੋਕ ਬਹੁਤ ਵਧੀਆ ਸੀ, ਉਹਨਾਂ ਨੇ ਬਹੁਤ ਸਾਥ ਵੀ ਬਹੁਤ ਦਿੱਤਾ ਤੇ ਪਿਆਰ ਵੀ ਬਹੁਤ ਕੀਤਾ ਉਹਨਾਂ ਲੋਕਾਂ ਨੇ।
ਤੇ ਹੁਣ ਜਦੋਂ ਤੁਹਾਡੇ ਨਾਲ ਦੇ ਦੋਸਤ ਆ ਉਹ ਆਪਸ 'ਚ ਫਿਰ ਬੈਠਦੇ ਗੱਲਬਾਤ ਕਰਦੇ ਆ ਤੇ ਫਿਰ ਫੈਮਿਲੀ ਵਾਲਾ ਮਾਹੌਲ ਰਹਿੰਦਾ ਸਾਰਾ ਹੀ। ਹਾਂਜੀ ਸਾਰੇ ਫੈਮਿਲੀ ਵਾਲਾ ਮਾਹੌਲ ਹੈ। ਕਦੀ ਪਰਿਵਾਰ ਦੀ ਯਾਦ ਆਈ ਪਿੱਛੇ ਹੁਣ? ਨਹੀਂ ਜਦੋਂ ਹੁਣ ਤੇ ਵੈਸੇ ਘੱਟ ਹੀ ਆ ਕਿਉਂਕਿ ਘਰੋਂ ਹੋ ਆਈਦਾ ਨਾ, ਇੱਥੇ 2-3 ਮਹੀਨੇ ਬਾਅਦ ਘਰ ਚਲ ਜਾਈਦਾ। ਜਦੋਂ ਘਰ ਪਹੁੰਚੇ ਸੀਗੇ ਦੁਬਾਰਾ ਤੇ ਫਿਰ ਘਰਦਿਆਂ ਨੇ ਪਿਆਰ ਕਿੰਨਾ ਕੁ ਕੀਤਾ ਕਿ ਕਿਹਾ ਕਿ ਠੀਕ ਹੈ ਬੱਚਾ ਹੁਣ ਵਧੀਆ ਕੰਮ ਕਰਨ ਲੱਗ ਪਿਆ? ਨਹੀਂ ਹੁਣ ਬਹੁਤ ਜ਼ਿਆਦਾ ਕੀਤਾ ਜੀ। ਅੱਛਾ, ਇੱਕ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜਿਹੜੇ ਅਪਾਹਿਜ ਨੇ ਔਰ ਮੰਗਦੇ ਨੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਔਰ ਖਾਸ ਤੌਰ ਤੇ ਕਈ ਹੋਰ ਲੋਕ ਵੀ ਨੇ ਜਿਹੜੇ ਕਹਿੰਦੇ ਨੇ ਕਿ ਦੂਸਰੇ ਧਰਮਾਂ 'ਚ ਨਹੀਂ ਜਾਣਾ ਚਾਹੀਦਾ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਕਰਨਾ ਤਾਂ ਸਗੋਂ ਸਾਰਿਆਂ ਨੂੰ ਚਾਹੀਦਾ ਕਿ ਜੇ ਉਹ ਮਿਹਨਤ ਕਰ ਸਕਣਗੇ, ਜਿੱਦਾਂ ਹੁਣ ਮੈਨੂੰ ਉਸਤਾਦ ਜੀ ਨੇ ਮਿਹਨਤ ਕਰਾਈ ਆ ਜਾਂ ਮੈਨੂੰ ਗਾਈਡ ਕੀਤਾ ਇੱਦਾਂ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ, ਤੇ ਇੱਦਾਂ ਜੇ ਉਹਨਾਂ ਨੂੰ ਕੋਈ ਵਧੀਆ ਗਾਈਡ ਕਰਨ ਵਾਲਾ ਹੋਵੇ ਜਾਂ ਉਹਨਾਂ ਨੂੰ ਕੋਈ ਦੱਸੇ ਤੇ ਉਹ ਵੀ ਅੱਗੇ ਜਾ ਸਕਦੇ। ਸੋ ਹਮੇਸ਼ਾ ਹੀ ਜਜ਼ਬੇ ਨੂੰ ਸਲਾਮ ਰਹਿੰਦਾ ਆ, ਕਿਉਂਕਿ ਜਜ਼ਬਾ ਜਿਹੜਾ ਹੈ ਉਸ ਤੋਂ ਬਗੈਰ ਤੁਸੀਂ ਕੁਝ ਵੀ ਜਿਹੜੀ ਆ ਉਹ ਚੀਜ਼ ਹਾਸਲ ਨਹੀਂ ਕਰ ਸਕਦੇ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਹੁਣੇ ਵੀਰ ਹੋਣਾ ਨਾਲ ਵੀ ਗੱਲ ਕਰ ਰਿਹਾ ਸੀਗਾ ਕਿ ਜੇਕਰ ਕੋਈ ਵਿਅਕਤੀ ਹੈ, ਜ਼ਰੂਰੀ ਤਾਂ ਨਹੀਂ ਕੋਈ ਖਾਸ ਕਮਿਊਨਿਟੀ ਬੰਦਿਆਂ ਨੂੰ ਵੀ ਤੁਸੀਂ ਕੀਰਤਨ ਸਿਖਾਉਂਦੇ ਕਿ ਹਰ ਇੱਕ ਵਿਅਕਤੀ ਜਿਹੜਾ ਇੱਥੇ ਆ ਕੇ ਸਿੱਖ ਸਕਦਾ? ਸਾਡੇ ਕੋਲੇ ਜਿਹੜਾ ਮਰਜ਼ੀ ਆ ਸਕਦਾ ਵਾ, ਅਸੀਂ ਸਾਰਿਆਂ ਨੂੰ ਸੰਗੀਤ ਸਿਖਾਵਾਂਗੇ, ਕਿਉਂਕਿ ਸੰਗੀਤ ਦਾ ਵੈਸੇ ਵੀ ਕੋਈ ਧਰਮ ਨਹੀਂ ਹੁੰਦਾ। ਉਹ ਗੱਲ ਵੱਖਰੀ ਹੈ ਕਿ ਸੰਗੀਤ ਇੱਕ ਬਰਤਨ ਆ, ਉਸ ਬਰਤਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਦੇ ਵਿੱਚ ਸ਼ਬਦ ਪਾਇਆ। ਅਸੀਂ ਰਾਗ ਵੀ ਸਿਖਾਉਂਦੇ ਹਾਂ, ਅਸੀਂ ਨਾਲ ਸ਼ਬਦ ਵੀ ਸਿਖਾਉਂਦੇ ਹਾਂ। ਜੇ ਕਿਸੇ ਨੇ ਸ਼ਬਦ ਸਿੱਖਣਾ ਉਹ ਵੀ ਸਾਡੇ ਕੋਲ ਆ ਸਕਦਾ ਹੈ। ਜਿਹਨੇ ਇਕੱਲਾ ਸੰਗੀਤ ਸਿੱਖਣਾ, ਉਸਤਾਦ ਬਲਦੇਵ ਸਿੰਘ ਜੀ ਹੁਣ ਇੱਥੇ ਸਾਰਾ ਦੇਖ ਰੇਖ ਕਰ ਰਹੇ ਨੇ, ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕੋਈ ਵੀ ਆਵੇ, ਤੁਸੀਂ ਹਰੇਕ ਨੂੰ ਸੰਗੀਤ ਸਿਖਾਉਣਾ ਹੈ। ਭਾਈ ਸਾਹਿਬ, ਹਮੇਸ਼ਾ ਹੀ ਛੋਟੇ ਬੱਚਿਆਂ ਨੂੰ ਲੈ ਕੇ ਨਾ ਕਿੰਤੂ ਪਰੰਤੂ ਬੜੀ ਹੁੰਦੀ ਹੈ। ਕਈ ਲੋਕ ਬੰਧੂਆ ਮਜ਼ਦੂਰ ਤਾਂ ਕਹਿੰਦੇ ਕਿ ਲੋਕਾਂ ਨੇ ਬੰਧੂਆ ਮਜ਼ਦੂਰ ਬਣਾ ਲਿੱਤਾ। ਤੁਹਾਡੇ ਕੋਲ ਕਿੰਨੇ ਕੁ ਛੋਟੀ ਏਜ ਦਾ ਬੱਚਾ ਜਿਹੜਾ ਇੱਥੇ ਪਹੁੰਚਿਆ ਹੋ ਸਕਦਾ ਹੈ, ਔਰ ਜਦੋਂ ਉਹਨੂੰ ਤੁਸੀਂ ਰੱਖਿਆ ਸੀਗਾ ਤੇ ਕੀ ਲੋਕਾਂ ਨੇ ਤੁਹਾਨੂੰ ਡਰਾਇਆ ਧਮਕਾਇਆ ਨਹੀਂ ਕਿ ਤੇ ਮਾਮਲਾ ਨਾ ਕਿਤੇ ਦਰਜ ਹੋ ਜੇ? ਉਹ ਬਥੇਰੇ ਲੋਕੀ ਚਲੋ ਕਹਿੰਦੇ ਨੇ, ਪਰ ਮੇਰਾ ਆਪਣਾ ਮੰਨਿਆ ਕਿ ਜੇ ਅਸੀਂ ਸਹੀ ਕੰਮ ਕਰਾਂਗੇ ਨਾ ਤੇ ਕੋਈ ਵੀ ਸਾਨੂੰ ਗਲਤ ਨਹੀਂ ਕਹਿ ਸਕਦਾ। ਸਾਡੇ ਕੋਲੇ ਮਾਂ-ਬਾਪ ਆਉਂਦੇ ਨੇ, ਆਪ ਲਿਖ ਕੇ ਦੇ ਕੇ ਜਾਂਦੇ ਨੇ ਸਾਨੂੰ ਕਿ ਅਸੀਂ ਆਪਣੀ ਮਰਜ਼ੀ ਨਾਲ ਬੱਚਾ ਤੁਹਾਡੇ ਵਿਦਿਆਲੇ ਵਿੱਚ ਭਰਤੀ ਕਰਾ ਕੇ ਚੱਲੇ ਹਾਂ। ਔਰ ਇੱਥੇ ਜਿਹੜਾ ਮਾਹੌਲ ਹੈ ਨਾ, ਜਿਹੜਾ ਸਵੇਰ ਤੋਂ ਸ਼ਾਮ ਤੱਕ ਤੁਸੀਂ ਵੇਖੋਗੇ, 4:30 ਵਜੇ ਬੱਚਿਆਂ ਨੇ ਉੱਠ ਕੇ ਇਸ਼ਨਾਨ ਕਰਨਾ, ਫਿਰ ਬਾਣੀ ਪੜ੍ਹਨੀ, ਪਹਿਲਾਂ ਰਿਆਜ਼ ਕਰਨਾ, ਫਿਰ ਬਾਣੀ ਪੜ੍ਹਨੀ, ਫਿਰ ਇਹਨਾਂ ਨੇ ਪ੍ਰੇਅਰ ਕਰਨੀ। ਪ੍ਰੇਅਰ ਤੁਸੀਂ ਦੇਖਿਓ ਕਿੰਨੀ ਸ਼ਾਨਦਾਰ ਹੈ ਸਾਡੀ ਇੱਥੋਂ ਦੀ ਪ੍ਰੇਅਰ, ਜਿਹਦੇ ਵਿੱਚ ਦੇਹ ਸ਼ਿਵਾ ਬਰ ਮੋਹਿ ਇਹ ਸ਼ਬਦ ਬੱਚੇ ਹੱਥ ਜੋੜ ਕੇ ਗਾਉਂਦੇ ਨੇ। ਰੋਜ਼ ਪਰਮਾਤਮਾ ਕੋਲੋਂ ਸ਼ੁਭ ਗੁਣਾਂ ਦੀ ਦਾਤ ਮੰਗਣੀ, ਤੇ ਆਟੋਮੈਟਿਕ ਹਰ ਇੱਕ ਮਾਂ ਬਾਪ ਦਾ ਦਿਲ ਕਰਦਾ ਕਿ ਅੱਜ ਦਾ ਜਿਹੜਾ ਯੁੱਗ ਹੈ ਉਹ ਮੋਬਾਈਲ ਦਾ ਯੁੱਗ ਹੈ। ਘਰ ਘਰ ਵਿੱਚ ਬੱਚੇ ਮੋਬਾਈਲਾਂ ਨਾਲ ਜੁੜੇ ਹੋਏ ਨੇ, ਟੀਵੀਆਂ ਨਾਲ ਜੁੜੇ ਨੇ। ਹਰੇਕ ਮਾਂ ਬਾਪ ਚਾਹੁੰਦਾ ਹੈ ਕਿ ਮੇਰਾ ਬੱਚਾ ਐਸੀ ਥਾਂ ਤੇ ਜਾਵੇ ਜਿੱਥੇ ਮੋਬਾਈਲ ਨਾ ਹੋਣ, ਜਾਂ ਹੋਣ ਵੀ ਤੇ ਬਹੁਤ ਲਿਮਟ ਵਿੱਚ ਉਹਨਾਂ ਨੂੰ ਵਰਤਣ ਦਿੱਤੇ ਜਾਣ, ਤੇ ਜਿੱਥੇ ਉਹ ਬੱਚਾ ਬਾਣੀ ਨਾਲ ਜੁੜੇ। ਫਿਰ ਸਭ ਤੋਂ ਵੱਡੀ ਚਿੰਤਾ ਕੀ ਅੱਜ ਦੇ ਮਾਂ-ਬਾਪ ਦੀ, ਵੀ ਨਸ਼ਿਆਂ ਵਾਲੀ ਸੰਗਤ ਤੋਂ ਬਚੇ। ਅੱਜ ਵੱਡੇ ਵੱਡੇ ਸਕੂਲ ਕਾਲਜਾਂ ਵਿੱਚ, ਮਾਫ਼ ਕਰਨਾ ਕਿਤੇ ਕਿਸੇ ਨੂੰ ਗਲਤ ਲੱਗੇ, ਲੋਕ ਡਰਦੇ ਨੇ ਵੀ ਉੱਥੇ ਯਾਰ ਬੱਚਾ ਪਾਵਾਂਗੇ ਤੇ ਮਾੜੀ ਸੰਗਤ ਵਿੱਚ ਨਾ ਕਿਤੇ ਚਲ ਜਾਏ। ਵੱਡੇ ਸਕੂਲ ਕਾਲਜ ਵਿੱਚ ਵੀ ਪਾ ਕੇ ਡਰਦੇ ਨੇ। ਪਰ ਗੁਰੂ ਰਾਮਦਾਸ ਦੀ ਕਿਰਪਾ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਨਾਲ ਮੈਂ ਇਹ ਗੱਲ ਕਹਿ ਸਕਦਾ, ਸਾਡਾ ਉਹ ਵਿਦਿਆਲਾ ਦਾ ਤੁਸੀਂ ਦਰਵਾਜ਼ਾ ਦੇਖਿਆ 24 ਘੰਟੇ ਬੰਦ ਰਹਿੰਦਾ। ਜਦ ਕੋਈ ਆਊਗਾ, ਮੈਂ ਆਵਾਂ ਜਾਂ ਉਸਤਾਦ ਜੀ ਆਉਣ, ਉਦੋਂ ਖੁੱਲ੍ਹਣਾ। ਇਹਦੋਂ ਇਲਾਵਾ ਦੂਜਾ ਕੋਈ ਬੰਦਾ ਆਏਗਾ, ਉਹਨੂੰ ਪੂਰੀ ਇਨਕੁਆਇਰੀ ਹੋਏਗੀ ਕਾਹਦੇ ਲਈ ਆਇਆ, ਉਹ ਕਿਉਂ ਆਇਆ ਸਾਡੇ ਕੋਲੇ, ਉਹਨੂੰ ਕੀ ਕੰਮ ਹੈ। ਕੰਮ ਪੁੱਛ ਕੇ ਅੰਦਰ ਅਸੀਂ ਵੜਨ ਦਿੰਦੇ ਹਾਂ, ਅਸੀਂ ਵੜਨ ਨਹੀਂ ਦਿੰਦੇ ਬੰਦਾ ਅੰਦਰ, ਬਗਾਨਾ ਕੋਈ ਵੀ ਨਹੀਂ ਵੜਨ ਦਿੰਦੇ, ਕਿਉਂਕਿ ਇਹ ਅਦਾਰਾ ਵਾ ਜਿੱਥੇ ਵਿੱਦਿਆ ਪੜ੍ਹਨੀ ਹੈ। ਗਲਤ ਸੰਗਤ ਵਾਲਾ ਬੰਦਾ ਨਹੀਂ ਅਸੀਂ ਅੰਦਰ ਵੜਨ ਦਿੰਦੇ। ਕੋਈ ਆ ਕੇ ਕਿਸੇ ਕਿਸਮ ਦਾ ਬੱਚਿਆਂ ਨੂੰ ਗਲਤ ਗਾਈਡ ਕਰ ਜੇ, ਅਸੀਂ ਬੱਚਿਆਂ ਲਾਗੇ ਦੂਜਾ ਬੱਚਾ ਹੀ ਨਹੀਂ ਆਉਣ ਦਿੰਦੇ। ਸੋ ਲਗਾਤਾਰ ਹੀ ਵੀਜੀ ਹੋਣਾ ਵੱਲੋਂ ਜਿਹੜੇ ਨੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ, ਔਰ ਖਾਸ ਤੌਰ 'ਤੇ ਇਹਨਾਂ ਦਾ ਇੱਕ ਖਾਸ ਡ੍ਰੀਮ ਵੀ ਆ ਕਿ ਹਰੇਕ ਬੱਚਾ ਜਿਹੜਾ ਆ ਉਹ ਆਲ ਓਵਰ ਵਰਲਡ ਦਾ ਜਿਹੜਾ ਆ ਟੂਰ ਜ਼ਰੂਰ ਕਰੇ। ਲੇਕਿਨ ਕਿਤੇ ਨਾ ਕਿਤੇ ਜ਼ਰੂਰ ਇਹ ਪ੍ਰੇਰਨਾ ਦਾ ਸਰੋਤ ਉਹਨਾਂ ਨੌਜਵਾਨਾਂ ਦੇ ਲਈ ਹੈ ਜਿਨ੍ਹਾਂ ਅਪਾਹਿਜ ਹੋਣ ਤੋਂ ਬਾਅਦ ਜਿਹੜੇ ਨੇ ਉਹਨਾਂ ਦਾ
ਜਿਹੜਾ ਆ ਉਹ ਆਪਣਾ ਭੀਖ ਮੰਗ ਕੇ ਜਿਹੜਾ ਆ ਗੁਜ਼ਾਰਾ ਕਰਦੇ। ਲੇਕਿਨ ਨੌਜਵਾਨ ਦਾ ਜਜ਼ਬਾ ਤੁਸੀਂ ਦੇਖੋ, ਇੱਕ ਹੱਥ ਨਾ ਹੋਣ ਦੇ ਬਾਵਜੂਦ ਵੀ ਕੀਰਤਨ ਦਾ ਕਰਦਾ ਹੈ, ਕੀਰਤਨ ਵੀ ਕਰਦਾ ਹੈ ਔਰ ਹਾਰਮੋਨੀਅਮ ਵੀ ਪਲੇ ਜਿਹੜਾ ਆ ਉਹ ਕਰਦਾ ਹੈ। ਦੂਸਰੇ ਪਾਸੇ ਇਹਨਾਂ ਦਾ ਵੀ ਕਹਿਣਾ ਕਿ ਸਾਡੇ ਘਰ ਦੇ ਹਾਲਾਤ ਸੁਖਾਲੇ ਹੋਣ ਤੋਂ ਬਾਅਦ ਲਗਾਤਾਰ ਹੀ ਲੋਕ ਜਿਹੜੇ ਨੇ ਉਹ ਵੀ ਇਹਨਾਂ ਨੂੰ ਮਿਲਦੇ ਨੇ। ਲੇਕਿਨ ਕਿਤੇ ਨਾ ਕਿਤੇ ਵੀਰ ਜੀ ਉਹਨਾਂ ਨੇ ਕਈ ਬੱਚਿਆਂ ਦਾ ਜਿਹੜਾ ਆ ਹੱਥ ਵੀ ਫੜਿਆ। ਹੁਣ ਫਿਊਚਰ ਪਲਾਨ ਵੀ ਇਹੀ ਹੈ ਕਿ ਬੱਚਿਆਂ ਨੂੰ ਜਿਹੜਾ ਆ ਉਹ ਵਿਦੇਸ਼ੀ ਦੌਰਾ ਜਿਹੜਾ ਉਹ ਕਰਵਾਇਆ ਜਾਵੇ, ਤਾਂ ਜੋ ਕਿ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੁਖਾਲੀ ਕਰ ਸਕਣ। ਕੈਮਰਾਮੈਨ ਨਰਿੰਦਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਔਨ 에ਅਰ, ਅੰਮ੍ਰਿਤਸਰ।